ਸੁਲਤਾਨਪੁਰ ਤੋਂ ਵਿਦਾ ਮਰਦਾਨੇ ਨੂੰ ਭੁੱਖ। ਗੁਰੂ ਜੀ 2 ਦਿਨ ਸਮਾਧੀ ਵਿੱਚ ਟਿਕੇ ਰਹੇ, ਪਰ ਮਰਦਾਨਾ ਭੁੱਖ ਨਾਲ ਵਿਆਕੁਲ ਹੋ ਗਿਆ। ਉਸ ਦੇ ਪ੍ਰਾਣ ਨਿਕਲਣ ਲੱਗੇ। ਉੱਥੇ ਕੋਈ ਮਨੁੱਖ ਵੀ ਨਜ਼ਰ ਨਾ ਆਵੇ ਜਿਸ ਤੋਂ ਕੁਝ ਖਾਣ ਨੂੰ ਮੰਗ ਲਵੇ। ਪਾਣੀ ਨੇੜੇ ਹੀ ਹੈਗਾ ਸੀ, ਬਸ ਉਹੀ ਪੀ ਕੇ ਸਮਾਂ ਕੱਢ ਰਿਹਾ ਸੀ। ਗੁਰੂ ਨੂੰ ਛੱਡ ਕੇ ਵੀ ਨਾ ਜਾ ਸਕੇ ਅਤੇ ਮਨ ਵਿੱਚ ਸੋਚਣ ਲੱਗਾ ਕਿ ਇਹਨਾਂ ਨਾਲ ਨਿਰਵਾਹ ਕਿਸ ਤਰ੍ਹਾਂ ਹੋਵੇਗਾ। ਹੁਣ ਜਦ ਹੋਸ਼ ਵਿੱਚ ਆਉਣਗੇ ਤਾਂ ਆਗਿਆ ਲੈ ਕੇ ਘਰ ਨੂੰ ਚਲਿਆ ਜਾਵਾਂਗਾ। ਇਹਨਾਂ ਨਾਲ ਰਹਿਣਾ ਤਾਂ ਬਹੁਤ ਕਠਿਨ ਹੈ। ਇਸ ਤਰ੍ਹਾਂ ਸੋਚਦਿਆਂ ਨੂੰ ਜਦ ਦੂਸਰਾ ਦਿਨ ਚੜ੍ਹਿਆ ਤਾਂ ਸਤਿਗੁਰੂ ਜੀ ਨੇ ਨੇਤਰ ਖੋਲ੍ਹ ਕੇ ਮਰਦਾਨੇ ਨੂੰ ਪੁੱਛਿਆ, ਕੀ ਗੱਲ ਹੈ, ਤੇਰਾ ਚਿਹਰਾ ਕਿਉਂ ਮੁਰਝਾਇਆ ਹੋਇਆ ਹੈ? ਮਰਦਾਨੇ ਨੇ ਕਿਹਾ, ਤੁਹਾਨੂੰ ਤਾਂ ਭੁੱਖ ਤੇਹ ਦੀ ਕੋਈ ਪਰਵਾਹ ਨਹੀਂ ਹੈ, ਪਰ ਮੈਂ ਤਾਂ 2 ਦਿਨਾਂ ਤੋਂ ਭੁੱਖ ਨਾਲ ਮਰਨ ਹਾਰਾ ਹੋਇਆ ਹਾਂ। ਅੱਜ ਤੀਸਰਾ ਦਿਨ ਬੀਤ ਰਿਹਾ ਹੈ। ਮੇਰਾ ਨਿਰਵਾਹ ਇਸ ਤਰ੍ਹਾਂ ਤੁਹਾਡੇ ਨਾਲ ਨਹੀਂ ਨਿਭ ਸਕੇਗਾ। ਜਾਂ ਮੇਰੀ ਭੁੱਖ ਦੂਰ ਕਰੋ ਜਾਂ ਮੈਨੂੰ ਛੁੱਟੀ ਦਿਓ। ਗੁਰੂ ਜੀ ਨੇ ਹੱਸ ਕੇ ਕਿਹਾ, ਸਾਡੇ ਨਾਲ ਤਾਂ ਇਸ ਤਰ੍ਹਾਂ ਹੀ ਦੁੱਖ ਭੁੱਖ ਸਹਿਣੀ ਪਵੇਗੀ। ਜੇ ਤੂੰ ਘਰ ਜਾਣਾ ਚਾਹੁੰਦਾ ਹੈ ਤਾਂ ਚਲਿਆ ਜਾ। ਜਦੋਂ ਮਰਦਾਨਾ ਤੁਰਨ ਲੱਗਾ ਤਾਂ ਗੁਰੂ ਜੀ ਨੇ ਕਿਹਾ, ਇਹ ਰਬਾਬ ਬੇਬੇ ਜੀ ਦੇ ਘਰ ਰੱਖ ਜਾ। ਮਰਦਾਨਾ ਰਬਾਬ ਲੈ ਕੇ ਬੇਬੇ ਜੀ ਦੇ ਘਰ ਆਇਆ। ਬੇਬੇ ਜੀ ਮਰਦਾਨੇ ਨੂੰ ਵੇਖ ਕੇ ਬੜੇ ਖੁਸ਼ ਹੋਏ ਅਤੇ ਬੜੇ ਪਿਆਰ ਨਾਲ ਪੁੱਛਿਆ ਕਿ ਭਰਾ ਜੀ ਕਿੱਥੇ ਹਨ? ਮਰਦਾਨੇ ਨੇ ਦੱਸਿਆ, ਉਹ ਬਾਹਰ ਉਜਾੜ ਵਿੱਚ ਹੀ ਬੈਠੇ ਹਨ। ਮੈਂ ਉਹਨਾਂ ਤੋਂ ਪੁੱਛ ਕੇ ਘਰ ਨੂੰ ਚੱਲਿਆ ਹਾਂ, ਕਿਉਂਕਿ ਮੇਰਾ ਉਹਨਾਂ ਨਾਲ ਸਾਥ ਨਹੀਂ ਨਿਭ ਸਕਦਾ। ਉਹ ਆਪ ਤਾਂ ਕੁਝ ਖਾਂਦੇ ਪੀਂਦੇ ਨਹੀਂ ਤੇ ਮੈਂ ਪਾਸ ਭੁੱਖਾ ਮਰਦਾ ਰਹਿੰਦਾ ਹਾਂ। ਇਹ ਰਬਾਬ ਸੰਭਾਲ ਲਵੋ। ਮੈਂ ਤਲਵੰਡੀ ਨੂੰ ਚੱਲਿਆ ਹਾਂ। ਜੇ ਕੋਈ ਮਹਿਤਾ ਜੀ ਨੂੰ ਸੁਨੇਹਾ ਦੇਣਾ ਹੈ ਤਾਂ ਦੇ ਦਿਓ। ਮਰਦਾਨੇ ਦੀ ਇਹ ਗੱਲ ਸੁਣ ਕੇ ਬੇਬੇ ਨਾਨਕੀ ਜੀ ਬਹੁਤ ਵਿਰਾਗ ਕਰਨ ਲੱਗੀ। ਇੰਨੇ ਚਿਰ ਨੂੰ ਬਾਹਰੋਂ ਭਾਈਆ ਜੈ ਰਾਮ ਜੀ ਵੀ ਆ ਗਏ। ਉਹਨਾਂ ਨੇ ਉਦਾਸੀ ਦਾ ਕਾਰਨ ਪੁੱਛਿਆ ਤਾਂ ਬੇਬੇ ਜੀ ਨੇ ਸਾਰਾ ਹਾਲ ਦੱਸ ਕੇ ਕਿਹਾ ਕਿ ਮਰਦਾਨੇ ਦੇ ਨਾਲ ਹੁੰਦਿਆਂ ਸਾਨੂੰ ਭਰਾ ਜੀ ਵੱਲੋਂ ਚਿੰਤਾ ਨਹੀਂ ਸੀ, ਪਰ ਇਸ ਨੂੰ ਤਲਵੰਡੀ ਭੇਜ ਕੇ ਫੇਰ ਪਤਾ ਨਹੀਂ ਭਰਾ ਜੀ ਇਕੱਲੇ ਕਿੱਧਰ ਨੂੰ ਚਲੇ ਜਾਣਗੇ। ਇੱਥੇ ਰਹਿਣ ਨਾਲ ਤਾਂ ਉਹਨਾਂ ਦੀ ਬਾਬਤ ਕੁਝ ਪਤਾ ਲੱਗਦਾ ਰਹਿੰਦਾ ਸੀ ਅਤੇ ਦਰਸ਼ਨ ਵੀ ਹੋ ਜਾਂਦੇ ਸਨ, ਪਰ ਜੇ ਪ੍ਰਦੇਸ਼ ਚਲੇ ਗਏ ਤਾਂ ਫਿਰ ਕੌਣ ਕੁਝ ਦੱਸੇਗਾ। ਇਹ ਗੱਲ ਸੁਣ ਕੇ ਜੈ ਰਾਮ ਜੀ ਨੇ ਮਰਦਾਨੇ ਨੂੰ ਪੁੱਛਿਆ ਕਿ ਤੂੰ ਤਲਵੰਡੀ ਕਿਉਂ ਜਾਂਦਾ ਹੈ? ਤੇਰੇ ਨਾਲ ਗੁਰੂ ਜੀ ਦਾ ਬਹੁਤ ਹਿੱਤ ਹੈ, ਤੂੰ ਉਹਨਾਂ ਪਾਸ ਕਿਉਂ ਨਹੀਂ ਰਹਿੰਦਾ? ਮਰਦਾਨੇ ਨੇ ਕਿਹਾ, ਜਜਮਾਨ, ਉਹਨਾਂ ਨੂੰ ਨਾ ਤਾਂ ਭੁੱਖ ਲੱਗਦੀ ਹੈ ਨਾ ਤੇਹ, ਪਰ ਮੇਰੇ ਪਾਸੋਂ ਭੁੱਖ ਤੇਹ ਸਹਾਰੀ ਨਹੀਂ ਜਾਂਦੀ। ਮੇਰਾ ਉਹਨਾਂ ਨਾਲ ਸਾਥ ਨਹੀਂ ਨਿਭ ਸਕਦਾ। ਜੈ ਰਾਮ ਜੀ ਨੇ ਕਿਹਾ, ਤੂੰ ਦੋਵੇਂ ਵੇਲੇ ਪ੍ਰਸ਼ਾਦ ਸਾਡੇ ਘਰੋਂ ਛਕ ਜਾ ਕਰ ਅਤੇ ਜੇ ਰੁਪਏ ਪੈਸੇ ਦੀ ਲੋੜ ਹੋਵੇ ਤਾਂ ਉਹ ਵੀ ਲੈ ਜਾਇਆ ਕਰ। ਇਸ ਗੱਲ ਨਾਲ ਮਰਦਾਨਾ ਖੁਸ਼ ਹੋ ਕੇ ਕਹਿਣ ਲੱਗਾ, ਚੰਗਾ, ਮੈਂ ਤੁਹਾਡਾ ਬਚਨ ਮੰਨ ਕੇ ਤਲਵੰਡੀ ਨਹੀਂ ਜਾਂਦਾ। ਮਰਦਾਨੇ ਦੀ ਇਸ ਗੱਲ ਤੇ ਬੇਬੇ ਨਾਨਕੀ ਜੀ ਬਹੁਤ ਖੁਸ਼ ਹੋ ਗਏ। ਮਰਦਾਨਾ ਰਾਤ ਉੱਥੇ ਬੇਬੇ ਜੀ ਪਾਸ ਹੀ ਰਿਹਾ ਤੇ ਸਵੇਰੇ ਗੁਰੂ ਜੀ ਪਾਸ ਜਾਣ ਵਾਸਤੇ ਤਿਆਰ ਹੋ ਪਿਆ। ਬੇਬੇ ਜੀ ਨੇ ਮਰਦਾਨੇ ਨੂੰ ਪ੍ਰਸ਼ਾਦ ਛਕਾ ਕੇ 20 ਰੁਪਏ ਨਗਦ ਤੇ ਗੱਲ ਪਾਉਣ ਨੂੰ ਕੱਪੜੇ ਦਿੱਤੇ ਅਤੇ ਕਿਹਾ ਕਿ ਗੁਰੂ ਜੀ ਨੂੰ ਆਖਣਾ ਮੈਨੂੰ ਦਰਸ਼ਨ ਦੇ ਜਾਣ। ਮਰਦਾਨਾ ਖੁਸ਼ੀ-ਖੁਸ਼ੀ ਮੋਢੇ ਤੇ ਰਬਾਬ ਚੁੱਕ ਕੇ ਗੁਰੂ ਜੀ ਪਾਸ ਚਲਿਆ ਗਿਆ। ਗੁਰੂ ਜੀ ਨੇ ਕਿਹਾ, ਮਰਦਾਨਿਆ, ਮੁੜ ਕਿਉਂ ਆਇਆ ਹੈ? ਮਰਦਾਨੇ ਨੇ ਸਾਰੀ ਗੱਲ ਸੁਣਾ ਕੇ ਦੱਸਿਆ ਕਿ ਬੇਬੇ ਜੀ ਨੇ 20 ਰੁਪਏ ਤੇ ਬਸਤਰ ਮੈਨੂੰ ਦਿੱਤੇ ਹਨ ਅਤੇ ਤੁਹਾਡੇ ਪਾਸ ਰਹਿਣ ਵਾਸਤੇ ਆਖਿਆ ਹੈ। ਗੁਰੂ ਜੀ ਨੇ ਕਿਹਾ, ਮਰਦਾਨਿਆ, ਤੂੰ 20 ਰੁਪਏ ਲੈਣ ਵਾਲੀ ਗੱਲ ਮਾੜੀ ਕੀਤੀ ਹੈ। ਅੱਗੇ ਉਹਨਾਂ ਨੂੰ ਸ੍ਰੀ ਚੰਦ ਦੇ ਪਾਲਣ ਦਾ ਖਰਚ ਪਿਆ ਹੋਇਆ ਹੈ। ਜਾਂ ਇਹ ਰੁਪਏ ਮੋੜ ਆ। ਮਰਦਾਨੇ ਨੇ ਕਿਹਾ, ਮਹਾਰਾਜ ਜੀ, ਮੈਂ ਇਹ ਰੁਪਏ ਮੰਗੇ ਨਹੀਂ ਸਨ। ਬੇਬੇ ਜੀ ਨੇ ਆਪ ਹੀ ਦਿੱਤੇ ਹਨ। ਅੱਗੇ ਜਿਵੇਂ ਤੁਹਾਡੀ ਰਜ਼ਾ। ਜੇ ਇਹ ਸਾਡੇ ਪਾਸ ਰਹਿਣ ਤਾਂ ਵੀ ਕੋਈ ਹਰਜ ਨਹੀਂ, ਕਿਉਂਕਿ ਪੈਸੇ ਦੀ 100 ਵਾਰ ਕਦੀ ਨਾ ਕਦੀ ਲੋੜ ਪੈ ਜਾਂਦੀ ਹੈ। ਗੁਰੂ ਜੀ ਨੇ ਕਿਹਾ, ਮਰਦਾਨਿਆ, ਕਰਤਾਰ ਸਭ ਦੀ ਪਾਲਣਾ ਕਰਨ ਵਾਲਾ ਹੈ। ਮਾਤਾ ਦੇ ਪੇਟ ਵਿੱਚ ਅਤੇ ਪੱਥਰਾਂ ਦੇ ਕੀੜਿਆਂ ਨੂੰ ਵੀ ਰੋਜ਼ੀ ਪਹੁੰਚਾਉਂਦਾ ਹੈ। ਤੇਰੀ ਪ੍ਰਾਬਦ ਤੇਰੇ ਨਾਲ ਹੈ, ਫਿਕਰ ਨਾ ਕਰ। ਇਹ ਗੱਲਾਂ ਸੁਣ ਕੇ ਮਰਦਾਨੇ ਦੇ ਮਨ ਨੂੰ ਧੀਰਜ ਆ ਗਈ ਅਤੇ ਕਹਿਣ ਲੱਗਾ, ਤੁਹਾਨੂੰ ਬੇਬੇ ਜੀ ਬਹੁਤ ਯਾਦ ਕਰਦੇ ਹਨ। ਤੁਸੀਂ ਵੀ ਚੱਲੋ ਤੇ ਮੈਂ ਵੀ ਤੁਹਾਡੇ ਨਾਲ ਚੱਲ ਕੇ ਰੁਪਏ ਮੋੜ ਦਿਆਂਗਾ। ਗੁਰੂ ਜੀ ਨੇ ਕਿਹਾ, ਚਲੋ ਚੱਲਦੇ ਹਾਂ। ਬੇਬੇ ਜੀ ਦਾ ਕਹਿਣਾ ਮੋੜਿਆ ਨਹੀਂ ਜਾਂਦਾ। ਇਹ ਆਖ ਕੇ ਗੁਰੂ ਜੀ ਤੁਰ ਪਏ ਅਤੇ ਬੇਬੇ ਜੀ ਦੇ ਘਰ ਪਹੁੰਚ ਗਏ। ਬੇਬੇ ਜੀ ਆਪ ਜੀ ਨੂੰ ਵੇਖ ਕੇ ਬਹੁਤ ਪ੍ਰਸੰਨ ਹੋਏ ਅਤੇ ਕਿਹਾ, ਮੈਨੂੰ ਤੁਹਾਡੇ ਦਰਸ਼ਨ ਦੀ ਬੜੀ ਤਾਂਘ ਲੱਗੀ ਰਹਿੰਦੀ ਹੈ, ਦਰਸ਼ਨ ਦਿੰਦੇ ਰਿਹਾ ਕਰੋ। ਗੁਰੂ ਜੀ ਨੇ ਕਿਹਾ,
ਬੇਬੇ ਜੀ ਜਦ ਯਾਦ ਕਰੋਗੇ ਮੈਂ ਉਸ ਵੇਲੇ ਆ ਜਾਇਆ ਕਰਾਂਗਾ। ਫਿਰ ਮਰਦਾਨੇ ਨੂੰ ਕਹਿਣ ਲੱਗੇ, ਮਰਦਾਨਿਆ ਬੇਬੇ ਜੀ ਨੂੰ ਰੁਪਏ ਮੋੜ ਦਿਓ। ਬੇਬੇ ਜੀ ਨੇ ਕਿਹਾ, ਅਸੀਂ ਆਪਣੀ ਖੁਸ਼ੀ ਨਾਲ ਇਸ ਨੂੰ ਦਿੱਤੇ ਹਨ, ਇਸ ਨੇ ਮੰਗੇ ਨਹੀਂ ਸਨ। ਗੁਰੂ ਜੀ ਨੇ ਕਿਹਾ, ਬੇਬੇ ਜੀ ਹੁਣ ਇਹ ਰੁਪਏ ਲੈ ਲਵੋ। ਮਰਦਾਨਾ ਆਪਣੇ ਕੁੱਲ ਦਾ ਮਰਾਸੀ ਹੈ, ਜਦੋਂ ਫੇਰ ਆਵੇਗਾ ਤਾਂ ਦੇਣੇ। ਇਸ ਤਰ੍ਹਾਂ ਬਹੁਤ ਵਾਰ ਆਖ ਕੇ ਰੁਪਏ ਵਾਪਸ ਕਰ ਦਿੱਤੇ ਤੇ ਆਪ ਆਗਿਆ ਲੈ ਕੇ ਮਰਦਾਨੇ ਸਹਿਤ ਵਿਦਾ ਹੋ ਗਏ। ਹਿੰਦਾਲ ਦੀ ਵਾਰਤਾ। ਭਾਈ ਸੰਤੋਖ ਸਿੰਘ ਜੀ ਇੱਥੇ ਦੱਸਦੇ ਹਨ ਕਿ ਹੇ ਸਰੋਤਾ ਜਨੋ, ਸ੍ਰੀ ਗੁਰੂ ਰਾਮਦਾਸ ਜੀ ਇੱਕ ਸਿੱਖ ਹਿੰਦਾਲ ਦੇ ਪੁੱਤਰ ਨੇ। ਇਸ ਪੁਸਤਕ ਜੋ ਭਾਈ ਬਾਲੇ ਨੇ ਸੁਣਾਈ ਤੇ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਲਿਖਵਾਈ ਸੀ ਦੇ ਉਲਟ ਇੱਕ ਹੋਰ ਪੋਥੀ ਬਣਾ ਦਿੱਤੀ। ਉਸ ਦਾ ਪ੍ਰਸੰਗ ਇਸ ਤਰ੍ਹਾਂ ਹੈ ਕਿ ਗੁਰੂ ਅੰਗਦ ਸਾਹਿਬ ਜੀ ਦੇ ਪਿੱਛੋਂ ਗੁਰੂ ਅਮਰਦਾਸ ਜੀ ਗੁਰੂ ਹੋਏ, ਜਿਨ੍ਹਾਂ ਨੇ ਬਹੁਤ ਸਿੱਖਾਂ ਦਾ ਉਧਾਰ ਕੀਤਾ। ਗੁਰੂ ਅਮਰਦਾਸ ਜੀ ਤੋਂ ਪਛਾਤ ਸ੍ਰੀ ਗੁਰੂ ਰਾਮਦਾਸ ਜੀ ਜਗਤ ਵਿੱਚ ਗੁਰੂ ਪ੍ਰਗਟ ਹੋਏ। ਇਹਨਾਂ ਦੇ ਪਾਸ ਇੱਕ ਸਿੱਖ ਹਿੰਦਾਲ ਰਹਿੰਦਾ ਸੀ, ਜਿਸ ਨੇ ਕਿ ਲੰਗਰ ਦੀ ਬੜੇ ਪ੍ਰੇਮ ਨਾਲ ਸੇਵਾ ਕਰਕੇ ਅਤੇ ਆਗਿਆ ਦਾ ਪਾਲਨ ਕਰਕੇ ਗੁਰੂ ਜੀ ਨੂੰ ਬਹੁਤ ਪ੍ਰਸੰਨ ਕੀਤਾ। ਇੱਕ ਦਿਨ ਗੁਰੂ ਜੀ ਸੁਭਾਵਕ ਹੀ ਲੰਗਰ ਵਿੱਚ ਆਏ। ਹਿੰਦਾਲ ਉਸ ਸਮੇਂ ਲੰਗਰ ਦਾ ਆਟਾ ਗੁੰਨ ਰਿਹਾ ਸੀ। ਗੁਰੂ ਜੀ ਨੂੰ ਵੇਖ ਕੇ ਹਿੰਦਾਲ ਨੇ ਝਟਪਟ ਉੱਠ ਕੇ ਆਟੇ ਨਾਲ ਭਰੇ ਹੋਏ ਆਪਣੇ ਹੱਥ ਪਿੱਠ ਪਿੱਛੇ ਕਰ ਲਏ ਅਤੇ ਸਿਰ ਨੀਵਾਂ ਕਰਕੇ ਗੁਰੂ ਜੀ ਦੇ ਚਰਨਾਂ 'ਤੇ ਮੱਥਾ ਟੇਕਿਆ। ਗੁਰੂ ਜੀ ਨੇ ਹਿੰਦਾਲ ਦੀ ਇਸ ਜੁਗਤੀ ਨਾਲ ਮੱਥਾ ਟੇਕਣ 'ਤੇ ਬਹੁਤ ਪ੍ਰਸੰਨ ਹੋ ਕੇ ਕਿਹਾ, ਤੇਰੀ ਨਮਸਕਾਰ ਪ੍ਰਵਾਨ ਹੈ। ਗੁਰੂ ਜੀ ਦੇ ਇਸ ਵਰ ਦੀ ਬਖਸ਼ਿਸ਼ ਕਰਕੇ ਹਿੰਦਾਲ ਦੀ ਸੰਤਾਨ ਵਿੱਚ ਪਿੱਠ ਪਿੱਛੇ ਹੱਥ ਕਰਕੇ ਹੀ ਨਮਸਕਾਰ ਕਰਨ ਦੀ ਮਰਿਆਦਾ ਚੱਲ ਪਈ, ਜੋ ਚੱਲੀ ਆ ਰਹੀ ਹੈ। ਪਿੱਛੋਂ ਇਸ ਹਿੰਦਾਲ ਸੰਤਾਨ ਵਿੱਚ ਇੱਕ ਮਨ ਸੁਖ ਹੋਇਆ। ਉਸ ਨੇ ਸ੍ਰੀ ਗੁਰੂ ਨਾਨਕ ਜੀ ਦੇ ਇਤਿਹਾਸ ਦੀ ਪੋਥੀ, ਜਿਹੜੀ ਗੁਰੂ ਅੰਗਦ ਜੀ ਨੇ ਲਿਖਵਾਈ ਸੀ, ਇੱਕ ਕਬੀਰ ਪੰਥੀ ਪੁਰਸ਼ ਨਾਲ ਮਿਲ ਕੇ ਆਪਣੇ ਮਨ ਮਰਜ਼ੀ ਦੀ ਉਲਟ ਪੁਲਟ ਕਰਕੇ ਬਣਾ ਲਈ। ਉਸ ਬਨਾਵਟੀ ਪੋਥੀ ਵਿੱਚ ਉਸ ਨੇ ਆਪਣੇ ਵੱਡਿਆਂ ਨੂੰ ਗੁਰੂ ਜੀ ਨਾਲੋਂ ਉੱਚੇ ਦੱਸਣ ਵਾਸਤੇ ਬਹੁਤ ਅਯੋਗ ਲਿਖ ਦਿੱਤੀਆਂ। ਆਪਣੇ ਵੱਡੇ ਹਿੰਦਾਲ ਦੀ ਉਸ ਨੇ ਗੁਰੂ ਨਾਨਕ ਜੀ ਨਾਲੋਂ ਵੀ ਮਹਿਮਾ ਬਹੁਤ ਕਰਕੇ ਲਿਖ ਦਿੱਤੀ। ਇਸ ਦਾ ਮਨੋਰਥ ਇਹ ਸੀ ਕਿ ਗੁਰੂ ਜੀ ਦੀ ਸਾਰੀ ਸਿੱਖੀ ਸੇਵਕੀ ਉਹਨਾਂ ਹਿੰਦਾਲੀਆਂ ਦੇ ਘਰ ਆ ਜਾਵੇ ਅਤੇ ਉਹ ਗੁਰੂ ਬਣ ਜਾਣ। ਇਸ ਕਰਕੇ ਪਹਿਲੀ ਅਸਲੀ ਪੋਥੀ ਉਸ ਮਨਸੁਖ ਨੇ ਪਾੜ ਕੇ ਬਿਆਸਾਂ ਵਿੱਚ ਰੋੜ ਦਿੱਤੀ। ਮਨ ਘੜਤ ਲਿਖਵਾਈ ਹੋਈ ਪੋਥੀ ਸਾਰੇ ਪ੍ਰਚਲਿਤ ਕਰ ਦਿੱਤੀ, ਜਿਸ ਤੋਂ ਅੱਗੇ ਸਾਰੀਆਂ ਪੋਥੀਆਂ ਲਿਖੀਆਂ ਗਈਆਂ। ਜੋ ਸਿੱਧਕੀ ਸਿੱਖ ਸਨ ਅਤੇ ਗੁਰੂ ਨਾਨਕ ਜੀ ਦੀ ਮਹਿਮਾ ਨੂੰ ਜਾਣਦੇ ਸਨ, ਉਹਨਾਂ ਨੇ ਮਨਸੁਖਾਂ ਦੀ ਇਸ ਪੋਥੀ ਨੂੰ ਨਹੀਂ ਮੰਨਿਆ, ਪਰ ਜਿਨ੍ਹਾਂ ਨੇ ਮੰਨ ਲਿਆ ਉਹ ਗੁਰੂ ਨਾਨਕ ਜੀ ਦੀ ਸਿੱਖੀ ਤੋਂ ਦੂਰ ਚਲੇ ਗਏ। ਕਵੀ ਜੀ ਲਿਖਦੇ ਹਨ, ਦੋਹਰਾ ਸ਼੍ਰੀ ਨਾਨਕ ਸਭ ਵਿਦ ਵੱਡੇ ਕੈਸੇ ਕਰੋ ਉਚਾਰ, ਏਕ ਰੋਮ ਬ੍ਰਹਿਮੰਡ ਬਹੁ ਤਹਿ ਲੀਨੋ ਅਵਤਾਰ। ਅਰਥਾਤ ਗੁਰੂ ਨਾਨਕ ਜੀ ਹਰ ਪ੍ਰਕਾਰ ਕਰਕੇ ਸਭ ਤੋਂ ਵੱਡੇ ਸਨ, ਜਿਨ੍ਹਾਂ ਦੇ ਇੱਕ ਰੋਮ ਵਿੱਚ ਬਹੁਤ ਬ੍ਰਹਿਮੰਡ ਵਸੇ ਹੋਏ ਸਨ। ਉਹਨਾਂ ਵਰਗਾ ਮੈਨੂੰ ਹੋਰ ਕੋਈ ਨਹੀਂ ਦਿਸਦਾ। ਇਸ ਦੀ ਉਪਮਾ ਮੈਂ ਗੁਰੂ ਨਾਨਕ ਜੀ ਨੂੰ ਦੇ ਕੇ ਉਹਨਾਂ ਦੀ ਵਡਿਆਈ ਕਥਨ ਕਰਾਂ। ਯਥਾ ਚੌਪਾਈ ਤਿਨ ਕੀ ਸਮ ਨਹਿ ਦਿਸਹਿ ਕੋਊ, ਜਿਹ ਕੀ ਉਪਮਾ ਦੇਵੋ ਸੋ। ਜੋ ਉਪਮੇ ਤਾਰਤਮ ਉਪਮਾ ਹੋਏ ਹਾਸੀ, ਤਹਿ ਕਵੀ ਜੀ ਭਵਮਾ। ਕਿਉਂਕਿ ਜੇ ਉਪਮਾ ਜੋਗ ਗੁਰੂ ਜੀ ਦੀ ਵੱਧ ਉਪਮਾ ਦਿੱਤੀ ਜਾਵੇ ਤਾਂ ਸੰਸਾਰ ਵਿੱਚ ਕਵੀ ਦੀ ਹਾਸੀ ਹੋਵੇਗੀ, ਪਰੰਤੂ ਸਾਡੇ ਸੁਆਮੀ ਗੁਰੂ ਨਾਨਕ ਜੀ ਐਸੇ ਹਨ। ਚੌਪਾਈ ਸ਼੍ਰੀ ਨਾਨਕ ਜੋ ਹਮਰੇ ਸੁਆਮੀ, ਸੋ ਸਾਸ ਸੋ ਹੈ ਅੰਤਰਜਾਮੀ। ਕਹੇ ਵਦੇ ਨਹਿ ਘਟੇ ਘਟਾਏ, ਜਨਮ ਧਾਰ ਜੋ ਗੁਰੂ ਕਹਾਏ। ਤਥਾ ਦੋਹਰਾ 10 ਦਿਸ਼ ਹਿੰਦੂ ਤੁਰ ਮਹਿ ਘਰ ਕਰ ਦੇਸ਼ ਵਿਦੇਸ਼, ਫੁਲਵਾਰੀ ਫੂਲੀ ਜਹੀ ਮਲਤਾ ਸੁਮਨ ਵਿਸ਼ੇਸ਼। ਅਰਥਾਤ 10 ਦਿਸ਼ਾ ਦੇ ਹਿੰਦੂ ਮੁਸਲਮਾਨਾਂ ਦੇ ਘਰ ਘਰ ਵਿੱਚ ਗੁਰੂ ਸਾਹਿਬ ਜੀ ਦੀ ਕੀਰਤੀ ਰੂਪ ਚੰਬੇ ਦੀ ਫੁਲਵਾੜੀ ਖਿੜ ਰਹੀ ਹੈ, ਜਿਹੜੀ ਕਿ ਮਾਲਤੀ ਫੁੱਲ ਤੋਂ ਵੱਧ ਸੋਹਣੀ ਹੈ। ਪਰੰਤੂ ਨਿੰਦਕ ਲੋਕਾਂ ਦੀ ਨਿੰਦਾ ਕਰਨ ਨਾਲ ਗੁਰੂ ਜੀ ਮਹਿਮਾ ਘੱਟ ਨਹੀਂ ਹੋ ਜਾਂਦੀ। ਜਿਵੇਂ ਕਿ ਚੰਦਰਮਾ ਨੂੰ ਪੱਤਿਆਂ ਨਾਲ ਲੁਕਾਇਆ ਜਾਵੇ ਤਾਂ ਉਹ ਲੁਕ ਨਹੀਂ ਸਕਦਾ। ਦੋਹਰਾ ਨਿੰਦਕ ਜੇ ਨਿੰਦਾ ਕਰਹਿ, ਕੀਰਤ ਛੋਟ ਨਾ ਹੋਏ, ਜਿਉਂ ਦੁਰਾਏ ਸਸ ਪੱਤਰ, ਸੋ ਛਾਂਦੇ ਜਾਏ ਨਾ ਸੋਏ। ਇਸ ਵਾਸਤੇ ਗੁਰਸਿੱਖਾਂ ਨੂੰ ਗੁਰੂ ਜਸ ਰੂਪੀ ਦੁੱਧ ਵਿੱਚੋਂ ਮੱਖੀ ਰੂਪ ਨਿੰਦਾ ਕੇ ਸ਼ਰਧਾ ਰੂਪੀ ਮਿੱਠਾ ਪਾ ਕੇ ਉਸ ਨੂੰ ਪ੍ਰੇਮ ਨਾਲ ਛਕਣਾ ਚਾਹੀਦਾ ਹੈ। ਚੌਪਾਈ ਜੇ ਸਾਕਤ ਕੀ ਕਹੀ ਕੁਸਾਖੀ, ਖੀਰ ਬੀਚ ਜੋ ਜਾਨੋ ਮਾਖੀ,
ਕਾਢੇ ਮਾਖੀ ਦੇਖੇ ਜੋ ਪੀਵੇ ਪਾਏ ਮਿਸ਼ਟ ਸਿੱਖ ਸੋ। ਅਰਥਾਤ ਜੋ ਨਿੰਦਕਾਂ ਦੀ ਕਹੀ ਹੋਈ ਮਾੜੀ ਸਾਖੀ ਨੂੰ ਦੁੱਧ ਵਿੱਚ ਮੱਖੀ ਪਈ ਹੋਈ ਸਮਝ ਕੇ ਦਿੰਦੇ ਹਨ, ਉਹ ਸਿੱਖ ਮਿੱਠਾ ਪਾ ਕੇ ਦੁੱਧ ਨੂੰ ਪੀਂਦੇ ਹਨ। ਭਾਈ ਲਾਲੋ ਜੀ ਦਾ ਉਦਾਰ। ਭਾਈ ਲਾਲੋ ਨੇ ਦੱਸਿਆ, ਹੇ ਸੱਚੇ ਪਾਤਸ਼ਾਹ, ਗੁਰੂ ਨਾਨਕ ਜੀ ਮਰਦਾਨੇ ਨੂੰ ਨਾਲ ਲੈ ਕੇ ਪਿੰਡ ਦੇ ਬਾਹਰ ਨਿਕਲ ਗਏ ਅਤੇ ਉਸ ਨੂੰ ਪੁੱਛਣ ਲੱਗੇ ਕਿ ਮਰਦਾਨਿਆਂ, ਹੁਣ ਕਿਸ ਪਾਸੇ ਜਾਣ ਨੂੰ ਤੇਰਾ ਦਿਲ ਕਰਦਾ ਹੈ, ਅਸੀਂ ਉੱਧਰ ਹੀ ਚਲੀਏ। ਮਰਦਾਨੇ ਕਿਹਾ, ਗੁਰੂ ਜੀ, ਜਿੱਧਰ ਤੁਹਾਡੀ ਮਰਜ਼ੀ ਹੈ ਚੱਲੋ। ਗੁਰੂ ਜੀ ਨੇ ਕਿਹਾ ਕਿ ਏਮਨਾਬਾਦ ਇੱਕ ਭਾਈ ਲਾਲੋ ਤਰਖਾਣ ਰਹਿੰਦਾ ਹੈ, ਚਲੋ ਪਹਿਲਾਂ ਉਸ ਨੂੰ ਵੇਖੀਏ। ਉਪਰੰਤ ਗੁਰੂ ਜੀ ਮਰਦਾਨੇ ਨੂੰ ਨਾਲ ਲੈ ਕੇ 17 ਦਿਨ ਪਿੱਛੋਂ ਏਮਨਾਬਾਦ ਭਾਈ ਲਾਲੋ ਦੇ ਘਰ ਪਹੁੰਚ ਗਏ। ਲਾਲੋ ਆਪ ਜੀ ਦੇ ਦਰਸ਼ਨ ਕਰ ਬੜਾ ਪ੍ਰਸੰਨ ਹੋਇਆ ਅਤੇ ਉੱਠ ਕੇ ਆਪ ਜੀ ਦੇ ਚਰਨਾਂ ਤੇ ਮੱਥਾ ਟੇਕਿਆ। ਗੁਰੂ ਜੀ ਨੇ ਅਸੀਸ ਦੇ ਕੇ ਕਿਹਾ, ਤੈਨੂੰ ਕਰਤਾਰ ਚਿੱਤ ਆਵੇ। ਲਾਲੋ ਨੇ ਪੁੱਛਿਆ, ਮਹਾਰਾਜ ਤੁਸੀਂ ਕਿੱਧਰੋਂ ਆਏ ਹੋ? ਤੁਹਾਡਾ ਦਰਸ਼ਨ ਕਰਕੇ ਮੇਰੇ ਮਨ ਨੂੰ ਸ਼ਾਂਤੀ ਆ ਗਈ ਹੈ। ਗੁਰੂ ਜੀ ਨੇ ਕਿਹਾ, ਭਾਈ ਅਸੀਂ ਪਰਦੇਸੀ ਦੇਸਾਂ ਪ੍ਰਦੇਸਾਂ ਵਿੱਚ ਫਿਰਨ ਵਾਲੇ ਹਾਂ। ਭਾਈ ਲਾਲੋ ਨੇ ਕਿਹਾ, ਜੀ ਤੁਹਾਡਾ ਸ਼ੁਭ ਨਾਮ ਕੀ ਹੈ? ਗੁਰੂ ਜੀ ਨੇ ਕਿਹਾ, ਸਾਡਾ ਨਾਮ ਤੂੰ ਆਪੇ ਜਾਣ ਜਾਏਂਗਾ। ਹੁਣ ਬੈਠ ਕੇ ਆਪਣਾ ਕੰਮ ਕਰ ਅਤੇ ਹਰ ਦਾ ਜਾਪ ਜਪਣਾ ਕਰ। ਭਾਈ ਲਾਲੋ ਨੇ ਕਿਹਾ, ਮਹਾਰਾਜ ਤੁਹਾਡੀ ਗੱਲਬਾਤ ਤੋਂ ਇਉਂ ਜਾਪਦਾ ਹੈ ਕਿ ਤੁਸੀਂ ਨਾਨਕ ਤਪਾ ਹੋ, ਪਰ ਜਿੰਨਾ ਕੁ ਚਿਰ ਤੁਸੀਂ ਆਪ ਨਾ ਦੱਸੋ ਪ੍ਰਤੀਤ ਨਹੀਂ ਆਉਂਦੀ। ਮਰਦਾਨੇ ਨੇ ਕਿਹਾ, ਜੋ ਤੂੰ ਕਿਹਾ ਹੈ ਉਹੀ ਠੀਕ ਹੈ, ਮਨ ਵਿੱਚ ਸ਼ਰਧਾ ਰੱਖੋ। ਲਾਲੋ ਨੇ ਫਿਰ ਮਰਦਾਨੇ ਨੂੰ ਪੁੱਛਿਆ ਕਿ ਤੇਰਾ ਨਾਮ ਕੀ ਹੈ, ਜਾਤ ਕੀ ਹੈ ਅਤੇ ਘਰ ਕਿੱਥੇ ਹੈ, ਸਭ ਬਿਰਤਾਂਤ ਮੈਨੂੰ ਦੱਸ। ਮਰਦਾਨੇ ਨੇ ਦੱਸਿਆ, ਮੇਰਾ ਨਾਮ ਮਰਦਾਨਾ ਹੈ, ਮੈਂ ਬੇਦੀ ਕੁਲ ਦਾ ਮਿਰਾਸੀ ਹਾਂ ਅਤੇ ਇਹਨਾਂ ਮੇਰੇ ਮਾਲਕ ਦਾ ਨਾਮ ਨਾਨਕ ਜੀ ਹੈ। ਮਰਦਾਨੇ ਪਾਸੋਂ ਇਹ ਗੱਲ ਸੁਣ ਕੇ ਲਾਲੋ ਨੇ ਦੋਵੇਂ ਹੱਥ ਜੋੜ ਕੇ ਗੁਰੂ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਅਤੇ ਬੜੇ ਪ੍ਰੇਮ ਤੇ ਸਤਿਕਾਰ ਨਾਲ ਮੰਜਾ ਡਾਹ ਕੇ ਉੱਪਰ ਗੁਰੂ ਜੀ ਨੂੰ ਬਿਠਾ ਕੇ ਆਪ ਭੋਜਨ ਤਿਆਰ ਕਰਨ ਵਾਸਤੇ ਚਲਿਆ ਗਿਆ। ਪਿੱਛੋਂ ਮਰਦਾਨੇ ਨੇ ਪੁੱਛਿਆ, ਇਹ ਪੁਰਸ਼ ਕੌਣ ਹੈ, ਇਸ ਤੇ ਆਪ ਜੀ ਨੇ ਇਤਨੀ ਕਿਰਪਾ ਕੀਤੀ ਹੈ? ਗੁਰੂ ਜੀ ਨੇ ਕਿਹਾ, ਇਹ ਪਿਛਲੇ ਕਈ ਜਨਮਾਂ ਦਾ ਭਗਤ ਹੈ ਜੋ ਹੁਣ ਸਫਲ ਹੋਇਆ ਹੈ। ਇਤਨੇ ਨੂੰ ਭਾਈ ਲਾਲੋ ਨੇ ਆਣ ਕੇ ਕਿਹਾ, ਹੇ ਦੀਨਾਨਾਥ, ਪ੍ਰਸ਼ਾਦ ਤਿਆਰ ਹੈ, ਚਲੋ ਛਕਣਾ ਕਰੋ। ਗੁਰੂ ਜੀ ਨੇ ਕਿਹਾ, ਇੱਥੇ ਹੀ ਲੈ ਆਵੋ। ਲਾਲੋ ਨੇ ਕਿਹਾ, ਮਹਾਰਾਜ ਚੌਂਕੇ ਵਿੱਚ ਬੈਠ ਕੇ ਕਿਉਂ ਨਹੀਂ ਛਕਦੇ? ਗੁਰੂ ਜੀ ਕਿਹਾ, ਭਾਈ ਇਹ ਸਾਰੀ ਧਰਤੀ ਹੀ ਚੌਂਕਾ ਹੈ। ਜਿਹੜੇ ਸੱਚ ਵਿੱਚ ਰਤੇ ਹੋਏ ਹਨ ਉਹ ਸਦਾ ਹੀ ਸੱਚੇ ਹੁੰਦੇ ਹਨ, ਉਹਨਾਂ ਦੇ ਮਨ ਦਾ ਭਰਮ ਮਿਟ ਗਿਆ ਹੈ। ਇਹ ਬਚਨ ਸੁਣ ਕੇ ਭਾਈ ਲਾਲੋ ਬੜੀ ਖੁਸ਼ੀ ਨਾਲ ਬਾਜਰੇ ਦੀ ਰੋਟੀ ਤੇ ਸਰੋਂ ਦਾ ਸਾਗ ਲੈ ਆਇਆ। ਇਸ ਬਾਜਰੇ ਦੀ ਰੋਟੀ ਨੂੰ ਵੇਖ ਕੇ ਮਰਦਾਨੇ ਨੇ ਮਨ ਵਿੱਚ ਹੀ ਗਿਲਾਨੀ ਨਾਲ ਕਿਹਾ ਕਿ ਇਹ ਕੀ ਖਾਣਾ ਹੈ। ਗੁਰੂ ਜੀ ਨੇ ਉਸ ਦੇ ਮਨ ਦੀ ਗੱਲ ਜਾਣ ਕੇ ਆਖਿਆ, ਮਰਦਾਨਿਆਂ, ਇਹ ਖਾਣਾ ਖਾਓਗੇ ਤਾਂ ਪਤਾ ਲੱਗੇਗਾ। ਇਹ ਆਖ ਕੇ ਗੁਰੂ ਜੀ ਨੇ ਆਪਣੇ ਹੱਥ ਨਾਲ ਮਰਦਾਨੇ ਨੂੰ ਰੋਟੀ ਦਿੱਤੀ ਅਤੇ ਕਿਹਾ ਕਿ ਦੱਸ ਕੈਸਾ ਸਵਾਦ ਆਇਆ ਹੈ। ਮਰਦਾਨੇ ਜਦ ਬੁਰਕੀ ਮੂੰਹ ਵਿੱਚ ਪਾਈ ਤਾਂ ਉਸ ਨੂੰ ਅੰਮ੍ਰਿਤ ਵਰਗਾ ਸਵਾਦ ਆਇਆ। ਤਦ ਬੜਾ ਖੁਸ਼ ਹੋ ਕੇ ਕਹਿਣ ਲੱਗਾ, ਮਹਾਰਾਜ ਇਹ ਤਾਂ ਅਚਰਜ ਸਵਾਦ ਹੈ। ਭਾਈ ਲਾਲੋ ਨੇ ਇਹ ਗੱਲ ਸੁਣ ਕੇ ਕਿਹਾ, ਮਹਾਰਾਜ ਤੁਸਾਂ ਸੁਦਾਮੇ ਦੇ ਚੌਲਾਂ, ਬਿਦਰ ਦੇ ਸਾਗ ਅਤੇ ਭੀਲਣੀ ਦੇ ਜੂਠੇ ਬੇਰਾਂ ਵਾਂਗੂ ਮੇਰੀ ਇਹ ਸੁੱਕੀ ਰੋਟੀ ਅੰਗੀਕਾਰ ਕਰਕੇ ਮੈਨੂੰ ਮਾਣ ਬਖਸ਼ਿਆ ਹੈ। ਤੁਸਾਂ ਮੇਰੇ ਜਨਮ ਜਨਮਾਂਤਰਾਂ ਦੇ ਦੁੱਖ ਕੱਟ ਦਿੱਤੇ ਹਨ। ਭਾਈ ਲਾਲੋ ਨੇ ਗੁਰੂ ਜੀ ਦੇ ਚਰਨਾਂ ਤੇ ਸਿਰ ਰੱਖ ਦਿੱਤਾ ਅਤੇ ਜਦ ਗੁਰੂ ਜੀ ਨੇ ਉਸ ਦੇ ਸਿਰ ਤੇ ਹੱਥ ਰੱਖਿਆ ਤਾਂ ਉਸ ਦੇ ਕਪਾਟ ਖੁੱਲ੍ਹ ਗਏ। ਉਸ ਨੂੰ 3 ਲੋਕਾਂ ਦੀ ਸੋਝੀ ਹੋ ਗਈ। 3 ਦਿਨ ਉਪਰੰਤ ਮਰਦਾਨੇ ਨੂੰ ਆਪ ਜੀ ਨੇ ਪੁੱਛਿਆ, ਮਰਦਾਨਿਆਂ, ਹੁਣ ਕਿੱਧਰ ਜਾਣ ਦੀ ਤੇਰੀ ਇੱਛਾ ਹੈ? ਮਰਦਾਨੇ ਨੇ ਕਿਹਾ, ਹੇ ਦੀਨਾਨਾਥ, ਜਿੱਧਰ ਇੱਛਾ ਚੱਲੋ, ਮੈਂ ਤੁਹਾਡੇ ਅਨੁਸਾਰੀ ਹਾਂ। ਜਦ ਭਾਈ ਲਾਲੋ ਪਾਸੋਂ ਤੁਰਨ ਵਾਸਤੇ ਇੱਛਾ ਪ੍ਰਗਟ ਕੀਤੀ ਤਾਂ ਉਸ ਨੇ ਕਿਹਾ, ਮਹਾਰਾਜ ਜੀ ਕਿਰਪਾ ਕਰਕੇ ਕੁਝ ਚਿਰ ਹੋਰ ਇੱਥੇ ਹੀ ਨਿਵਾਸ ਰੱਖੋ, ਤੁਹਾਡੀ ਸੰਗਤ ਕਰਕੇ ਮੇਰਾ ਜਨਮ ਮਰਨ ਕੱਟਿਆ ਜਾਏਗਾ। ਗੁਰੂ ਜੀ ਨੇ ਇਹ ਗੱਲ ਸੁਣ ਕੇ ਜਦ ਮਰਦਾਨੇ ਵੱਲ ਵੇਖਿਆ ਤਾਂ ਉਸ ਨੇ ਕਿਹਾ, ਤੁਸੀਂ ਇੱਥੇ ਮਹੀਨਾ ਭਰ ਰਹੋ, ਮੈਂ ਤਲਵੰਡੀ ਜਾ ਕੇ ਆਪਣੇ ਟੱਬਰ ਦੀ ਸੁੱਖ ਸਾਂਦ ਲੈ ਆਉਂਦਾ ਹਾਂ। ਇੱਥੋਂ ਦੇ ਲੋਕ ਮੈਨੂੰ ਹਾਸੀ ਕਰਦੇ ਹਨ ਅਤੇ ਮੇਰੇ ਮਨ ਨੂੰ ਗੁੱਸਾ ਆਉਂਦਾ ਹੈ, ਮੈਂ ਇੱਥੇ ਨਹੀਂ ਰਹਿਣਾ। ਗੁਰੂ ਜੀ ਨੇ ਕਿਹਾ, ਲੋਕਾਂ ਦੀ ਪਰਵਾਹ ਨਹੀਂ ਕਰੀਦੀ, ਲੋਕ ਤਾਂ ਕਿਸੇ ਤਰ੍ਹਾਂ ਵੀ ਖੁਸ਼ ਨਹੀਂ ਹੁੰਦੇ। ਜੈਸਾ ਕਿ ਸ਼੍ਰੀ ਮੁਖਵਾਕ, ਇਸ ਕਲਿयों 5 ਪੀਤਿਓਂ ਕਿਉਂ ਕਰ ਰੱਖਾਂ ਪਤ, ਜੇ ਬੋਲਾਂ ਤਾਂ ਆਖੀਏ ਬੜ ਬੜ ਕਰੇ ਬਹੁਤ,
ਚੁੱਪ ਕਰਾਂ ਤਾਂ ਆਖੀਏ ਇਤ ਘਟ ਨਾਹੀ ਮਤ, ਜੇ ਬਹਿ ਰਹਾ ਤਾਂ ਆਖੀਏ ਬੈਠਾ ਸੱਥਰ ਘੱਤ, ਉੱਠ ਚੱਲਾਂ ਤਾਂ ਆਖੀਏ ਛਾਰ ਗਿਆ ਸਿਰ ਘੱਤ, ਜੇ ਕਰ ਨੀਵਾਂ ਤਾਂ ਆਖੀਏ ਡਰਦਾ ਕਰੇ ਭਗਤ, ਕਾਈ ਗੱਲੀ ਨਾ ਮੇਵ ਕਿੱਥੇ ਕੱਢਾਂ ਚੱਤ, ਇੱਥੇ ਉੱਥੇ ਨਾਨਕਾ ਕਰਤਾ ਰੱਖੇ ਪਤ। ਅਰਥਾਤ ਇਸ ਕਲਯੁਗ ਵਿੱਚ 5 ਪ੍ਰਕਾਰ ਦੇ ਲੋਕਾਂ ਪਾਸੋਂ ਮੈਂ ਆਪਣੀ ਇੱਜ਼ਤ ਕਿਸ ਤਰ੍ਹਾਂ ਬਚਾ ਕੇ ਰੱਖਾਂ। 1, ਜੋ ਬੋਲਦਾ ਹਾਂ ਤਾਂ ਕਹਿੰਦੇ ਹਨ ਬੜਾ ਬਕਵਾਸ ਕਰਦਾ ਹੈ। ਦੂਜਾ, ਜੇ ਚੁੱਪ ਰਹਿੰਦਾ ਹਾਂ ਤਾਂ ਕਹਿੰਦੇ ਹਨ ਇਸ ਨੂੰ ਬੋਲਣ ਦੀ ਅਕਲ ਹੀ ਨਹੀਂ ਹੈ। ਤੀਜਾ, ਜੇ ਬੈਠ ਰਹਿੰਦਾ ਹਾਂ ਤਾਂ ਕਹਿੰਦੇ ਹਨ ਕਿ ਸੱਥਰ ਪਾ ਕੇ ਬੈਠ ਰਿਹਾ ਹੈ। ਚੌਥਾ, ਜੇ ਉੱਠ ਕੇ ਤੁਰਦਾ ਹਾਂ ਤਾਂ ਕਹਿੰਦੇ ਹਨ ਸਿਰ ਸੁਆਹ ਪਾ ਗਿਆ ਹੈ। ਅਤੇ ਪੰਜਵਾਂ, ਜੇਕਰ ਨਿਮਰਤਾ ਧਾਰਨ ਕਰਦਾ ਹਾਂ ਤਾਂ ਕਹਿੰਦੇ ਹਨ ਕਿ ਡਰਦਾ ਭਗਤੀ ਕਰਦਾ ਹੈ। ਇਸ ਕਰਕੇ ਕਿਸੇ ਗੱਲੇ ਵੀ ਛੁਟਕਾਰਾ ਨਹੀਂ ਹੈ, ਕਿੱਥੇ ਮੈਂ ਸਮਾਂ ਬਤੀਤਾਂ। ਇਸ ਕਰਕੇ ਇੱਥੇ ਉੱਥੇ ਪ੍ਰਮਾਤਮਾ ਹੀ ਪਤ ਰੱਖਣ ਵਾਲਾ ਹੈ, ਲੋਕ ਕਿਸੇ ਪਾਸੇ ਵੀ ਨਹੀਂ ਛੱਡਦੇ। ਭਾਈ ਲਾਲੋ ਨੇ ਫਿਰ ਹੱਥ ਜੋੜ ਕੇ ਬੇਨਤੀ ਕੀਤੀ ਕਿ ਹੇ ਕਿਰਪਾ ਨਿਧਾਨ, 1 ਮਹੀਨਾ ਹੋਰ ਮੇਰੇ ਪਾਸ ਨਿਵਾਸ ਕਰਕੇ ਦਾਸ ਨੂੰ ਨਿਹਾਲ ਕਰੋ। ਭਾਈ ਲਾਲੋ ਦੀ ਦੀਨ ਬੇਨਤੀ ਸੁਣ ਕੇ ਗੁਰੂ ਜੀ ਨੇ ਮਰਦਾਨੇ ਨੂੰ ਕਿਹਾ, ਲਾਲੋ ਦਾ ਬਚਨ ਸਾਡੇ ਪਾਸੋਂ ਮੋੜਿਆ ਨਹੀਂ ਜਾਂਦਾ। 1 ਮਹੀਨਾ ਇੱਥੇ ਠਹਿਰ ਕੇ ਫਿਰ ਕਿਸੇ ਹੋਰ ਪਾਸੇ ਚੱਲਾਂਗੇ। ਮਰਦਾਨੇ ਨੇ ਕਿਹਾ, ਜੀ ਫਿਰ ਮੈਨੂੰ ਆਗਿਆ ਦਿਓ, ਮੈਂ ਤਲਵੰਡੀ ਤੋਂ ਹੋ ਆਵਾਂ। ਤੁਸੀਂ ਵੀ ਜੇ ਆਪਣੇ ਘਰ ਮਹਿਤਾ ਕਾਲੂ ਜੀ ਤੇ ਮਾਤਾ ਤ੍ਰਿਪਤਾ ਜੀ ਨੂੰ ਸੁਨੇਹਾ ਦੇਣਾ ਹੈ ਦੇ ਦਿਓ। ਗੁਰੂ ਜੀ ਨੇ ਕਿਹਾ, ਸਾਡੀ ਬਾਬਤ ਜੋ ਤੂੰ ਵੇਖ ਹੈ ਸੋ ਪਿਤਾ ਜੀ ਨੂੰ ਕਹਿ ਦਵੀਂ ਅਤੇ ਆਪ ਛੇਤੀ ਹੀ ਆ ਜਾਵੀਂ। ਸੋ ਆਗਿਆ ਲੈ ਕੇ ਮਰਦਾਨਾ ਤਲਵੰਡੀ ਨੂੰ ਤੁਰ ਗਿਆ। ਪਿੱਛੇ ਗੁਰੂ ਜੀ ਸਾਰਾ ਦਿਨ ਬਾਹਰ ਜੰਗਲ ਵਿੱਚ ਰਹਿੰਦੇ ਅਤੇ ਸ਼ਾਮ ਨੂੰ ਭਾਈ ਲਾਲੋ ਪਾਸ ਆ ਜਾਂਦੇ। ਲਾਲੋ ਬੜੇ ਪ੍ਰੇਮ ਨਾਲ ਆਪ ਜੀ ਦੀ ਸੇਵਾ ਕਰਦਾ ਅਤੇ ਭੋਜਨ ਤਿਆਰ ਕਰਕੇ ਛਕਾਉਂਦਾ। ਗੁਰੂ ਜੀ ਦੀ ਸੰਗਤ ਕਰਕੇ ਭਾਈ ਲਾਲੋ ਦਾ ਅਗਿਆਨ ਦੂਰ ਹੋ ਗਿਆ ਅਤੇ ਸੰਸਾਰਕ ਪਦਾਰਥਾਂ ਦੀ ਵਾਸ਼ਨਾ ਨਾਸ ਹੋ ਗਈ। ਭਾਈ ਲਾਲੋ ਨੂੰ ਬ੍ਰਹਮ ਗਿਆਨ ਦੀ ਪ੍ਰਾਪਤੀ ਹੋ ਗਈ ਤੇ ਉਸ ਦਾ ਜਨਮ ਮਰਨ ਕੱਟਿਆ ਗਿਆ। ਮਲਕ ਭਾਗੋ ਨੂੰ ਉਪਦੇਸ਼। ਭਾਈ ਬਾਲੇ ਨੇ ਕਿਹਾ, ਸੱਚੇ ਪਾਤਸ਼ਾਹ, ਜਦ ਇਸ ਤਰ੍ਹਾਂ ਏਮਨਾਬਾਦ ਵਿੱਚ ਸਤਿਗੁਰੂ ਜੀ ਨੂੰ 15 ਦਿਨ ਬਤੀਤ ਹੋ ਗਏ ਤਾਂ ਉੱਥੋਂ ਦੇ ਇੱਕ ਪਠਾਨ ਰਾਜ ਦੇ ਵਜ਼ੀਰ ਮਲਕ ਭਾਗੋ ਪਾਸ ਪਾਪਾਂ ਤੇ ਬੇਈਮਾਨੀਆਂ ਨਾਲ ਇਕੱਠਾ ਕੀਤਾ ਹੋਇਆ ਬਹੁਤ ਧਨ ਸੀ। ਉਸ ਨੇ ਆਪਣੀ ਵਡਿਆਈ ਤੇ ਜਸ ਲੋਕਾਂ ਵਿੱਚ ਫੈਲਾਉਣ ਵਾਸਤੇ ਬ੍ਰਹਮ ਭੋਜ ਕੀਤਾ। ਖੱਤਰੀ, ਬ੍ਰਾਹਮਣ, ਸ਼ੂਦ ਤੇ ਵੈਸ਼ ਸਭ ਨੂੰ ਨਿਉਦਾ ਦੇ ਦਿੱਤਾ। ਜਿਤਨੇ ਫਕੀਰਾਂ ਦੇ ਅਸਥਾਨ ਸਨ ਉੱਥੇ ਵੀ ਆਪਣਾ ਆਦਮੀ ਭੇਜ ਕੇ ਸਭ ਨੂੰ ਭੋਜਨ ਛਕਣ ਵਾਸਤੇ ਆਖ ਦਿੱਤਾ। ਇਸ ਤਰ੍ਹਾਂ ਜਦ ਬ੍ਰਾਹਮਣ ਸ਼ਹਿਰ ਵਿੱਚ ਭੋਜਨ ਵਰਜਦੇ ਫਿਰਦੇ ਸਨ ਤਾਂ ਉਸ ਸਮੇਂ ਗੁਰੂ ਨਾਨਕ ਜੀ ਬਾਹਰ ਜੰਗਲ ਨੂੰ ਤੁਰੇ ਜਾ ਰਹੇ ਸਨ। ਬ੍ਰਾਹਮਣ ਨੇ ਆਪ ਜੀ ਨੂੰ ਆਖਿਆ, ਤਪਾ ਜੀ, ਤੁਹਾਨੂੰ ਮਲਕ ਭਾਗੋ ਦੇ ਬ੍ਰਹਮ ਭੋਜ ਦਾ ਨਿਉਦਾ ਹੈ। ਭੋਜਨ ਅਸਾਂ ਉੱਥੇ ਹੀ ਕਰਨਾ। ਮਲਕ ਭਾਗੋ ਨੇ 4 ਵਰਨਾਂ ਨੂੰ ਹੀ ਬ੍ਰਹਮ ਭੋਜ ਛਕਣ ਵਾਸਤੇ ਸੱਦਾ ਦਿੱਤਾ ਹੈ। ਗੁਰੂ ਜੀ ਨੇ ਕਿਹਾ, ਅਸੀਂ ਦਰਵੇਸ਼ ਹਾਂ, ਸਾਡਾ 4 ਵਰਨਾਂ ਵਿੱਚੋਂ ਕੋਈ ਵਰਨ ਨਹੀਂ ਹੈ, ਅਸੀਂ ਕਿਸ ਨਾਲ ਬੈਠ ਕੇ ਭੋਜਨ ਖਾਈਏ। ਗੁਰੂ ਜੀ ਦੀ ਇਹ ਗੱਲ ਸੁਣ ਕੇ ਬ੍ਰਾਹਮਣ ਨੇ ਹੱਸ ਕੇ ਕਿਹਾ, ਇਹਨਾਂ ਗੱਲਾਂ ਕਰਕੇ ਹੀ ਤਾਂ ਲੋਕ ਤੁਹਾਨੂੰ ਕੁਰਾਹੀਆ ਕਹਿੰਦੇ ਹਨ। ਜੇ ਤੁਸੀਂ ਬ੍ਰਹਮ ਭੋਜ ਵਿੱਚ ਨਹੀਂ ਆਓਗੇ ਤਾਂ ਮਲਕ ਭਾਗੋ ਬਹੁਤ ਗੁੱਸਾ ਕਰੇਗਾ ਅਤੇ ਤੁਹਾਨੂੰ ਸ਼ਹਿਰੋਂ ਕੱਢ ਦੇਵੇਗਾ। ਇਹ ਗੱਲ ਕਰਕੇ ਬ੍ਰਾਹਮਣ ਆਪਣੇ ਕੰਮ ਅੱਗੇ ਚਲਿਆ ਗਿਆ ਤੇ ਗੁਰੂ ਜੀ ਆਪਣੀ ਮੌਜ ਵਿੱਚ ਬਾਹਰ ਆਪਣੇ ਟਿਕਾਣੇ ਚਲੇ ਗਏ। ਭਾਗੋ ਨੇ ਬਹੁਤ ਭਾਰੀ ਬ੍ਰਹਮ ਭੋਜ ਕੀਤਾ ਅਤੇ 4 ਵਰਨਾਂ ਦੇ ਲੋਕਾਂ ਨੇ ਛਕ ਕੇ ਉਸ ਦਾ ਬਹੁਤ ਕੀਤਾ। ਗੁਰੂ ਜੀ ਸਾਰਾ ਦਿਨ ਜੰਗਲ ਵਿੱਚ ਬਤੀਤ ਕਰਕੇ ਸੰਧਿਆ ਸਮੇਂ ਲਾਲੋ ਦੇ ਘਰ ਆ ਬਿਰਾਜੇ। ਉਸ ਨਿਉਂਦਾ ਦੇਣ ਵਾਲੇ ਬ੍ਰਾਹਮਣ ਨੇ ਜਦ ਵੇਖਿਆ ਕਿ ਤਪਾ ਨਹੀਂ ਆਇਆ ਤਾਂ ਉਸ ਨੇ ਮਲਕ ਭਾਗੋ ਪਾਸ ਚੁਗਲੀ ਕੀਤੀ ਕਿ ਮਲਕ ਜੀ, ਹੋਰ ਤਾਂ ਸਾਰੇ ਸ਼ਹਿਰ ਦੇ ਉੱਚੇ ਨੀਵੇਂ ਲੋਕ ਭੋਜਨ ਖਾ ਗਏ ਹਨ। ਇੱਕ ਖੱਤਰੀ ਨਾਨਕ ਜੋ ਆਪਣੇ ਆਪ ਨੂੰ ਤਪਾ ਕਹਿੰਦਾ ਹੈ, ਉਹ ਆਪਣੇ ਆਪ ਨੂੰ ਤੁਹਾਡੇ ਨਾਲੋਂ ਵੱਡਾ ਸਮਝ ਕੇ ਤੁਹਾਡੇ ਘਰ ਭੋਜਨ ਛਕਣ ਨਹੀਂ ਆਇਆ। ਮਲਕ ਨੇ ਪੁੱਛਿਆ, ਤੁਸੀਂ ਉਸ ਨੂੰ ਨਿਉਂਦਾ ਦਿੱਤਾ ਸੀ? ਬ੍ਰਾਹਮਣ ਨੇ ਕਿਹਾ, ਜੀ ਮੈਂ ਉਸ ਨੂੰ ਸਭ ਕੁਝ ਦੱਸ ਕੇ ਬੜੀ ਚੰਗੀ ਤਰ੍ਹਾਂ ਪੱਕੀ ਕੀਤੀ ਸੀ, ਪਰ ਉਸ ਨੇ ਕੋਈ ਪਰਵਾਹ ਨਹੀਂ ਕੀਤੀ। ਇਹ ਗੱਲ ਸੁਣ ਕੇ ਮਲਕ ਭਾਗੋ ਨੂੰ ਕ੍ਰੋਧ ਆਇਆ। ਉਸ ਨੇ ਕਿਹਾ, ਜਾਓ ਉਸ ਨੂੰ ਸੱਦ ਕੇ ਮੇਰੇ ਪਾਸ ਲਿਆਓ, ਮੈਂ ਉਸ ਦੀ ਵਡਿਆਈ ਵੇਖ ਲਵਾਂ। ਬ੍ਰਾਹਮਣ ਨੇ ਮਨ ਵਿੱਚ ਬੜਾ ਖੁਸ਼ ਹੋ ਕੇ ਲਾਲੋ ਦੇ ਘਰ ਆਣ ਕੇ ਗੁਰੂ ਜੀ ਨੂੰ ਕਿਹਾ, ਤਪਾ ਜੀ, ਤੁਹਾਨੂੰ ਮਲਕ ਬੁਲਾਉਂਦਾ ਹੈ। ਗੁਰੂ ਜੀ ਨੇ ਕਿਹਾ, ਸਾਡਾ ਮਲਕ ਨਾਲ ਕੋਈ ਲੈਣ ਦੇਣ ਦਾ ਵਾਸਤਾ ਨਹੀਂ,
ਸਾਨੂੰ ਉਹ ਕਿਉਂ ਦੱਸਦਾ ਹੈ। ਇਹ ਗੱਲ ਸੁਣ ਕੇ ਬ੍ਰਾਹਮਣ ਨੇ ਵਾਪਸ ਜਾ ਕੇ ਆਖਿਆ, ਮਲਕ ਜੀ, ਤਪਾ ਤੁਹਾਡੇ ਹੁਕਮ ਦੀ ਕੋਈ ਪਰਵਾਹ ਨਹੀਂ ਕਰਦਾ। ਮਲਕ ਨੇ ਗੁੱਸੇ ਵਿੱਚ ਆਣ ਕੇ ਕਿਹਾ, ਜਾਓ 5-7 ਆਦਮੀ ਜਾ ਕੇ ਉਸ ਨੂੰ ਜ਼ਬਰਦਸਤੀ ਫੜ ਕੇ ਮੇਰੇ ਪਾਸ ਲੈ ਆਓ। ਇਹ ਹੁਕਮ ਸੁਣ ਕੇ ਬ੍ਰਾਹਮਣ ਆਪਣੇ ਨਾਲ 5 ਆਦਮੀ ਲੈ ਕੇ ਲਾਲੋ ਦੇ ਘਰ ਜਾ ਕੇ ਗੁਰੂ ਜੀ ਨੂੰ ਬੋਲ ਨਾਲ ਆਖਿਆ, ਮਲਕ ਨੇ ਤੁਹਾਡੇ ਤੇ ਬਹੁਤ ਗੁੱਸਾ ਕੀਤਾ ਹੈ। ਹੁਣ ਚੰਗਾ ਸਮਝ ਕੇ ਸਾਡੇ ਨਾਲ ਤੁਰ ਪਵੋ, ਨਹੀਂ ਤਾਂ ਅਸੀਂ ਫੜ ਕੇ ਜੋਰੋ ਜੋਰੀ ਲੈ ਜਾਵਾਂਗੇ। ਉਹਨਾਂ ਦੀ ਗੱਲ ਸੁਣ ਕੇ ਗੁਰੂ ਜੀ ਹੱਸ ਕੇ ਉਹਨਾਂ ਦੇ ਨਾਲ ਮਲਕ ਭਾਗੋ ਪਾਸ ਚਲੇ ਗਏ। ਆਪ ਜੀ ਦੇ ਪਿੱਛੇ ਭਾਈ ਲਾਲੋ ਵੀ ਪਹੁੰਚ ਗਿਆ। ਇਸ ਗੱਲ ਦਾ ਸਾਰੇ ਸ਼ਹਿਰ ਵਿੱਚ ਚਰਚਾ ਹੋਣ ਕਰਕੇ ਬਹੁਤ ਸਾਰੇ ਲੋਕ ਵੀ ਗੁਰੂ ਜੀ ਦੇ ਨਾਲ ਮਲਕ ਭਾਗੋ ਦੇ ਅਸਥਾਨ ਪਹੁੰਚ ਗਏ। ਗੁਰੂ ਜੀ ਨੇ ਮਲਕ ਨੂੰ ਪੁੱਛਿਆ ਕਿ ਆਪ ਨੇ ਸਾਨੂੰ ਘੜੀ ਘੜੀ ਆਦਮੀ ਭੇਜ ਕੇ ਕਿਉਂ ਬੁਲਾਇਆ ਹੈ, ਮੇਰੇ ਨਾਲ ਤੇਰਾ ਕੀ ਕੰਮ ਹੈ। ਭਾਗੋ ਨੇ ਕਿਹਾ, ਤੁਸੀਂ ਮੇਰੇ ਬ੍ਰਹਮ ਭੋਜ ਵਿੱਚ ਕਿਉਂ ਨਹੀਂ ਆਏ। ਤੁਹਾਨੂੰ ਬ੍ਰਾਹਮਣ ਨੇ ਨਿਉਂਦਾ ਦਿੱਤਾ ਸੀ, ਤੁਸੀਂ ਮੇਰੇ ਬ੍ਰਹਮ ਭੋਜ ਵਿੱਚ ਕੀ ਦੋਸ਼ ਕੇ ਛਕਣਾ ਨਹੀਂ ਕੀਤਾ। ਗੁਰੂ ਜੀ ਨੇ ਕਿਹਾ, ਅਸੀਂ ਫਕੀਰ ਹਾਂ, ਸਾਡਾ ਕਿਸੇ ਨਾਲ ਦਾਵਾ ਨਹੀਂ ਹੈ, ਜਿੱਥੇ ਗੁਜ਼ਰ ਜਾਵੇ ਉੱਥੇ ਹੀ ਗੁਜ਼ਾਰ ਲੈਂਦੇ ਹਾਂ। ਸਾਨੂੰ ਜੋ ਕੁਝ ਜਿੱਥੇ ਮਿਲੇ ਛਕ ਲੈਂਦੇ ਹਾਂ, ਚੰਗਾ ਚੋਖਾ ਖਾਣ ਦਾ ਸਾਨੂੰ ਲਾਲਚ ਨਹੀਂ ਹੈ। ਮਲਕ ਨੇ ਬੜੇ ਗੁੱਸੇ ਨਾਲ ਕਿਹਾ, ਤੇਰੇ ਮਨ ਵਿੱਚ ਕਿਸੇ ਦਾ ਡਰ ਨਹੀਂ ਹੈ, ਤੂੰ ਉਲਟ ਚਾਹਿਆ ਹੈ। ਮੈਂ ਸੁਣਿਆ ਹੈ ਤੇਰੀ ਖੱਤਰੀ ਗੋਤ ਹੈ, ਪਰ ਤੂੰ ਸ਼ੂਦਰ ਦੇ ਘਰ ਖਾਣਾ ਖਾਂਦਾ ਹੈ। ਆਪਣਾ ਨਾਮ ਤੂੰ ਤਪਾ ਰਖਾਈ ਬੈਠਾ ਹੈ, ਮੈਨੂੰ ਤਾਂ ਵੇਖਦਿਆਂ ਹੀ ਗੁੱਸਾ ਚੜ੍ਹ ਜਾਂਦਾ ਹੈ। ਬ੍ਰਹਮ ਭੋਜ ਨੂੰ ਤੂੰ ਬੁਰਾ ਕਹਿੰਦਾ ਹੈ, ਪਰ ਆਪ ਰਸੋਈ ਨੀਚ ਤਰਖਾਣ ਦੇ ਘਰ ਕਰਦਾ ਹੈ। ਭਾਈ ਸੰਤੋਖ ਸਿੰਘ ਜੀ ਗੁਰੂ ਜੀ ਵੱਲੋਂ ਉੱਤਰ ਲਿਖਦੇ ਹਨ। ਦੋਹਰਾ ਸੋਨਨ ਸ਼੍ਰੀ ਗੁਰੂ ਭਨ ਆਨਹੋ ਅਭੇ ਆਹਾਰ, ਬ੍ਰਹਮ ਭੋਜ ਮਹਿ ਜੋ ਕਰਿਓ ਰਹੇ ਨਾ ਚਾਹਾ ਤੁਮਾਰ। ਅਰਥਾਤ ਗੁਰੂ ਜੀ ਨੇ ਮਲਕ ਦੀਆਂ ਗੱਲਾਂ ਸੁਣ ਕੇ ਆਖਿਆ, ਜਾਓ ਹੁਣੇ ਹੀ ਜੋ ਕੁਝ ਤੁਸੀਂ ਬ੍ਰਹਮ ਭੋਜ ਵਿੱਚ ਤਿਆਰ ਕੀਤਾ ਹੈ ਲੈ ਆਓ, ਤੁਹਾਡੇ ਮਨ ਵਿੱਚ ਕੋਈ ਗੱਲ ਰਹਿ ਨਾ ਜਾਵੇ। ਉਧਰ ਪਾਲੋ ਨੂੰ ਕਿਹਾ ਕਿ ਤੂੰ ਵੀ ਜੇ ਕੋਈ ਭੋਜਨ ਦਾ ਟੁੱਕਰ ਰੱਖਿਆ ਹੋਵੇ ਤਾਂ ਘਰੋਂ ਲੈ ਆ। ਲਾਲੋ ਆਪਣੇ ਘਰ ਦੌੜ ਕੇ ਗਿਆ ਅਤੇ ਕੋਧਰੇ ਦੀ ਰੋਟੀ ਦਾ ਇੱਕ ਟੁਕੜਾ ਲੈ ਆਇਆ। ਮਲਕ ਨੇ ਆਪਣੇ ਘਿਓ ਵਾਲੇ ਭੋਜਨ, ਮਾਲ ਪੂੜਾ ਅਤੇ ਕੜਾਹ ਆਦਿ ਨੂੰ ਬਹੁਤ ਪ੍ਰਕਾਰ ਦੇ ਬਣਵਾਏ ਸਨ ਮੰਗਵਾ ਕੇ ਗੁਰੂ ਜੀ ਦੇ ਅੱਗੇ ਰੱਖ ਦਿੱਤੇ ਅਤੇ ਕਿਹਾ, ਪ੍ਰਸੰਨਤਾ ਨਾਲ ਛਕੋ। ਤਦ ਗੁਰੂ ਜੀ ਨੇ, ਭਾਈ ਸੰਤੋਖ ਸਿੰਘ ਜੀ ਲਿਖਦੇ ਹਨ, ਇਉਂ ਕੀਤਾ ਕਿ ਦੋਹਰਾ ਬਾਵੇਂ ਕਰ ਮਹਿ ਪੂਪ ਲੈ, ਦਾਹਨੇ ਟੁਕਰਾ ਧਾਰ, ਹਾਥ ਚ ਪੀੜੇ ਜੁਗਲ ਜਬ, ਹੀਰਤ ਲੋਕ ਅਪਾਰ। ਚੌਪਈ ਦਹੂੰ ਗਾਥ ਤੇ ਨਿਕਸੀ ਤਾਰਾ, ਬਹੁ ਲੋਕ ਕੀ ਸਭਾ ਮਜਾਰਾ, ਇੱਕ ਤੇ ਦੂਧ ਰਕਤ ਇੱਕ ਨਿਸਹੀ, ਗੰਗ ਸਰਸੁਤੀ ਸੀ ਤਹਿ ਪਸਰੀ, ਇੱਕ ਦਿਸ ਦੂਧ ਪਰਤ ਧਰਮ ਆਰੀ ਮਾਹੀ, ਇੱਕ ਦਿਸ ਸ਼੍ਰੋਣ ਨਿਚੁਰਤ ਤਾਹੀ, ਹਾਥ ਚਪੀੜੈ ਸ਼੍ਰੀ ਗੁਰੂ ਜਿਉਂ ਜਿਉਂ, ਨਿਕਸੈ ਤਿੰਨ ਤੇ ਅਦ ਕਹਿ ਤਿਉਂ ਤਿਉਂ। ਅਰਥਾਤ ਖੱਬੇ ਹੱਥ ਵਿੱਚ ਮਹਾਲ ਪੂੜੇ ਆਦਿ ਅਤੇ ਸੱਜੇ ਹੱਥ ਵਿੱਚ ਕੋਧਰੇ ਦਾ ਟੁਕੜਾ ਫੜ ਕੇ ਦੋਵੇਂ ਹੱਥ ਚਪੀੜੇ। ਤਦ ਇੱਕ ਪਾਸੇ ਕੋਧਰੇ ਦੇ ਟੁਕੜੇ ਵਿੱਚੋਂ ਦੁੱਧ ਤੇ ਦੂਜੇ ਪਾਸੇ ਬ੍ਰਹਮ ਭੋਜ ਵਿੱਚੋਂ ਲਹੂ ਦੀਆਂ ਧਾਰਾਂ ਧਰਤੀ ਉੱਤੇ ਡਿੱਗ ਰਹੀਆਂ। ਸਭ ਲੋਕਾਂ ਨੇ ਵੇਖੀਆਂ। ਗੁਰੂ ਜੀ ਜਿਉਂ-ਜਿਉਂ ਹੱਥ ਘੁੱਟਦੇ ਤਿਉਂ-ਤਿਉਂ ਲਹੂ ਦੀਆਂ ਧਾਰਾਂ ਨਿਕਲਦੀਆਂ। ਵੇਖਣ ਵਾਲੇ ਲੋਕ ਇਹ ਕੌਤਕ ਵੇਖ ਕੇ ਬੜੇ ਹੈਰਾਨ ਹੋਏ। ਗੁਰੂ ਜੀ ਨੇ ਮਲਕ ਨੂੰ ਕਿਹਾ ਕਿ ਤੁਸੀਂ ਬਹੁਤ ਲੋਕਾਂ ਦਾ ਲਹੂ ਨਿਚੋੜ ਕੇ ਇਹ ਬ੍ਰਹਮ ਭੋਜ ਕੀਤਾ ਹੈ, ਜਿਸ ਕਰਕੇ ਇਸ ਵਿੱਚੋਂ ਲਹੂ ਨਿਕਲ ਰਿਹਾ ਹੈ। ਐਸੇ ਭੋਜਨ ਦੇ ਖਾਣ ਨਾਲ ਜੋ ਪਾਪਾਂ ਨਾਲ ਇਕੱਠੇ ਕੀਤੇ ਹੋਏ ਧਨ ਨਾਲ ਬਣਵਾਇਆ ਜਾਵੇ, ਪੁੰਨ ਨਾਸ ਹੋ ਜਾਂਦਾ ਹੈ, ਤਪੀਆਂ ਦੇ ਨਸ਼ਟ ਹੋ ਜਾਂਦੇ ਹਨ ਅਤੇ ਧਿਆਨੀਆਂ ਦਾ ਧਿਆਨ ਨਹੀਂ ਲੱਗਦਾ, ਮਨ ਮਲੀਨ ਹੋ ਜਾਂਦਾ ਹੈ, ਜਿਸ ਕਰਕੇ ਹਰੀ ਦੇ ਜਸ ਦਾ ਸੁੰਦਰ ਰੰਗ ਨਹੀਂ ਚੜ੍ਹਦਾ। ਸੋ ਜਿਨ੍ਹਾਂ ਨੂੰ ਸਮਝ ਹੋਵੇ ਉਹ ਲਹੂ ਕਿਉਂ ਪੀਣ ਤੇ ਆਪਣੇ ਪੁੰਨ ਨੂੰ ਕਿਉਂ ਨਸ਼ਟ ਕਰ ਲੈਣ। ਇੱਧਰ ਸ਼ੂਦਰ ਦਾ ਭੋਜਨ ਵੇਖੋ, ਜਿਸ ਵਿੱਚੋਂ ਨਿਰੋਆ ਦੁੱਧ ਨਿਕਲਦਾ ਹੈ। ਅਸਲ ਬ੍ਰਹਮ ਭੋਜ ਤਾਂ ਸਦਾ ਇਸ ਦੇ ਘਰ ਹੀ ਹੁੰਦਾ ਹੈ, ਜਿੱਥੇ ਅਸੀਂ ਰੋਜ਼ ਹੀ ਭੋਜਨ ਛਕਦੇ ਹਾਂ, ਕਿਉਂਕਿ ਇਹ 10 ਨੋਹਾਂ ਦੀ ਕਮਾਈ ਕਰਕੇ ਆਪ ਖਾਂਦਾ ਤੇ ਹੋਰ ਲੋੜਵੰਦਾਂ ਨੂੰ ਛਕਾਉਂਦਾ ਹੈ। ਇਸ ਦੇ ਛਕਣ ਨਾਲ ਮਨ ਨਿਰਮਲ ਹੋ ਜਾਂਦਾ ਹੈ, ਜਨਮ ਜਨਮਾਂਤਰਾਂ ਦੀ ਮੈਲ ਧੋਤੀ ਜਾਂਦੀ ਹੈ। ਪਰੰਤੂ ਜੋ ਆਦਮੀ ਕਿੱਕਰ ਬੀਜਦਾ ਹੈ, ਉਸ ਨੂੰ ਉਹ ਕਿੱਕਰ ਹੋ ਕੇ ਕੰਡੇ ਮਾਰਦੀ ਹੈ। ਸੋ ਤੂੰ ਜੋ ਇਹ ਵਿਖਾਵੇ ਵਾਸਤੇ ਪਾਪਾਂ ਦੀ ਮਾਇਆ ਨਾਲ ਬ੍ਰਹਮ ਭੋਜ ਕੀਤਾ ਹੈ, ਇਸ ਦੇ ਫਲ ਦਾ ਤੈਨੂੰ ਪਤਾ ਲੱਗੇਗਾ ਜਦੋਂ ਤੈਨੂੰ ਜੰਮ ਭੈਭੀਤ ਕਰਨਗੇ। ਇਸ ਤਰ੍ਹਾਂ ਸਤਿਗੁਰੂ ਜੀ ਦੀ ਮਹਿਮਾ ਵੇਖ ਕੇ
ਮਲਕ ਸੜ ਬਲ ਕੇ ਸੁਆਹ ਹੋ ਗਿਆ ਅਤੇ ਬਚਨ ਸੁਣ ਕੇ ਬਹੁਤ ਸ਼ਰਮਿੰਦਾ ਹੋ ਕੇ ਸਿਰ ਨੀਵਾਂ ਕੇ ਭੁੱਲ ਦਾ ਪ੍ਰਗਟਾਵਾ ਕੀਤਾ। ਗੁਰੂ ਜੀ ਉੱਠ ਕੇ ਭਾਈ ਲਾਲੋ ਨਾਲ ਘਰ ਚਲੇ ਗਏ। ਮਲਕ ਭਾਗੋ ਗੁਰੂ ਜੀ ਦੇ ਇਸ ਕੌਤਕ ਨਾਲ ਬਹੁਤ ਸ਼ਰਮਿੰਦਾ ਹੋ ਕੇ ਮਨ ਵਿੱਚ ਖਿਝ ਕੇ ਵਿਚਾਰਨ ਲੱਗਾ ਕਿ ਜਿਵੇਂ ਕਿਵੇਂ ਇਸ ਆਪਣੀ ਹੇਠੀ ਦਾ ਮੈਂ ਬਦਲਾ ਲਵਾਂਗਾ ਤਾਂ ਮੇਰੇ ਮਨ ਨੂੰ ਸ਼ਾਂਤੀ ਆਵੇਗੀ। ਇਹ ਈਰਖਾਵਾਦੀ ਵਿਚਾਰ ਕਰਕੇ ਜਦ ਦੂਜੇ ਦਿਨ ਮਲਕ ਭਾਗੋ ਖਾਨ ਦੇ ਦਰਬਾਰ ਵਿੱਚ ਗਿਆ ਤਾਂ ਉਸ ਨੂੰ ਖਾਨ ਨੇ ਦੱਸਿਆ ਕਿ ਮੇਰਾ ਨੌਜਵਾਨ ਲੜਕਾ ਬਿਮਾਰ ਹੈ। ਉਸ ਦੇ ਬਹੁਤ ਇਲਾਜ ਤੇ ਉਪਾਅ ਵੀ ਕੀਤੇ ਹਨ ਪਰ ਉਸ ਨੂੰ ਕੋਈ ਆਰਾਮ ਨਹੀਂ ਆਇਆ। ਮਲਕ ਨੇ ਝੱਟ ਹੀ ਕਿਹਾ ਕਿ ਇੱਕ ਨਾਨਕ ਤਪਾ ਲਾਲੋ ਤਰਖਾਣ ਦੇ ਘਰ ਰਹਿੰਦਾ ਹੈ। ਉਹ ਬੜਾ ਕਾਮਲ ਫਕੀਰ ਹੈ। ਉਸ ਨੂੰ ਸੱਦ ਕੇ ਲੜਕਾ ਵਿਖਾਓਗੇ ਤਾਂ ਲੜਕਾ ਤੰਦਰੁਸਤ ਹੋ ਜਾਵੇਗਾ। ਖਾਨ ਨੇ ਉਸੇ ਵੇਲੇ ਆਪਣੇ 4-5 ਆਦਮੀ ਗੁਰੂ ਜੀ ਨੂੰ ਲਿਆਉਣ ਵਾਸਤੇ ਲਾਲੋ ਦੇ ਘਰ ਭੇਜ ਦਿੱਤੇ ਅਤੇ ਉਹਨਾਂ ਨੂੰ ਆਖਿਆ ਕਿ ਜੇ ਮਿੰਨਤ ਖੁਸ਼ਾਮਦ ਨਾਲ ਨਾ ਆਵੇ ਤਾਂ ਜੋਰੋ ਜੋਰੀ ਬੰਨ੍ਹ ਕੇ ਲੈ ਆਉਣਾ। ਪਰ ਜਦ ਖਾਨ ਦੇ ਹਲਕਾਰਿਆਂ ਨੇ ਗੁਰੂ ਜੀ ਦੀ ਸਮਾਜਤ ਕੀਤੀ ਤਾਂ ਗੁਰੂ ਜੀ ਸੁਭਾਵਕ ਹੀ ਉੱਠ ਕੇ ਉਹਨਾਂ ਦੇ ਖਾਨ ਪਾਸ ਚਲੇ ਗਏ। ਖਾਨ ਨੇ ਗੁਰੂ ਜੀ ਨੂੰ ਕਿਹਾ, ਇਸ ਮੇਰੇ ਲੜਕੇ ਨੂੰ ਆਪਣੀ ਦੁਆ ਨਾਲ ਰਾਜ਼ੀ ਕਰ ਦਿਓ, ਤੁਹਾਡੀ ਮਿਹਰਬਾਨੀ ਹੋਵੇਗੀ। ਪਰ ਜੇ ਨਾ ਕਰੋਗੇ ਤਾਂ ਤੁਹਾਨੂੰ ਕੈਦ ਕਰਕੇ ਕੁਝ ਖਾਣ ਪੀਣ ਨੂੰ ਵੀ ਨਹੀਂ ਦਿੱਤਾ ਜਾਵੇਗਾ। ਖਾਨ ਦੀ ਇਹ ਗੱਲ ਸੁਣ ਕੇ ਗੁਰੂ ਜੀ ਨੇ ਕਿਹਾ, ਜਿਸ ਪੁੱਤਰ ਵਾਸਤੇ ਤੂੰ ਸਾਨੂੰ ਕੈਦ ਕਰਨ ਵਾਸਤੇ ਆਖ ਰਿਹਾ ਹੈ ਉਹ ਤਾਂ ਜੰਮਪੁਰੀ ਵੀ ਪਹੁੰਚ ਗਿਆ ਹੈ। ਇਤਨੇ ਨੂੰ ਖਾਨ ਦੇ ਘਰੋਂ ਇੱਕ ਆਦਮੀ ਨੇ ਆਣ ਕੇ ਦੱਸਿਆ ਕਿ ਖਾਨ ਜੀ ਤੁਹਾਡਾ ਪੁੱਤਰ ਮਰ ਗਿਆ ਹੈ। ਇਹ ਖਬਰ ਸੁਣ ਕੇ ਖਾਨ ਵਿਆਕੁਲ ਹੋ ਕੇ ਰੋਣ ਲੱਗ ਪਿਆ ਤੇ ਗੁਰੂ ਜੀ ਸੁਭਾਵਕ ਹੀ ਉੱਠ ਕੇ ਆਪਣੇ ਤਪ ਅਸਥਾਨ ਜੰਗਲ ਨੂੰ ਚਲੇ ਗਏ। ਤਲਵੰਡੀ ਫੇਰਾ। ਬਾਲਾ ਕਹਿਣ ਲੱਗਾ, ਗੁਰੂ ਜੀਓ, ਏਮਨਾਬਾਦ ਦਾ ਪ੍ਰਸੰਗ ਤਾਂ ਤੁਹਾਨੂੰ ਸੁਣਾ ਦਿੱਤਾ ਹੈ, ਹੁਣ ਤਲਵੰਡੀ ਦਾ ਵੀ ਸੁਣੋ। ਮੈਂ ਜਦ ਤਲਵੰਡੀ ਗਿਆ ਤਾਂ ਕਾਲੂ ਜੀ ਨੂੰ ਕਿਸੇ ਨੇ ਜਾ ਦੱਸਿਆ। ਉਹ ਸ਼ੀਘਰ ਹੀ ਚੱਲ ਕੇ ਮੇਰੇ ਘਰ ਆਇਆ ਅਤੇ ਬੀਬੀ ਨਾਨਕੀ ਜੀ ਦੀ ਸੁੱਖ ਕੁਸ਼ਲਤਾ ਪੁੱਛ ਕੇ ਗੁਰੂ ਨਾਨਕ ਜੀ ਦੀ ਬਾਬਤ ਪੁੱਛਣ ਲੱਗਾ। ਮੈਂ ਕਾਲੂ ਜੀ ਨੂੰ ਸਾਰੀ ਗੱਲ ਦੱਸੀ ਕਿ ਗੁਰੂ ਜੀ 3 ਦਿਨ ਵੇਈ ਨਦੀ ਵਿੱਚ ਰਹੇ ਅਤੇ ਫਿਰ ਬਾਹਰ ਆਣ ਕੇ ਸਭ ਕੰਮਕਾਰ ਛੱਡ ਕੇ ਹੱਟੀ ਦਾ ਸਾਰਾ ਸੌਦਾ ਲੁਟਾ ਦਿੱਤਾ। ਜਦ ਨਵਾਬ ਨੇ ਹਿਸਾਬ ਕਰਾਇਆ ਤਾਂ ਗੁਰੂ ਜੀ ਦੇ 760 ਰੁਪਏ ਬਾਕੀ ਨਵਾਬ ਵੱਲ ਨਿਕਲੇ। ਇਹਨਾਂ ਵਿੱਚੋਂ ਅੱਧੇ ਮੂਲ ਚੰਦ ਨੇ ਲੈ ਲਏ, ਅੱਧੇ ਫਕੀਰਾਂ ਨੂੰ ਵੰਡ ਦਿੱਤੇ। ਉਪਤ ਸ਼੍ਰੀ ਚੰਦ ਜੀ ਬੇਬੇ ਨਾਨਕੀ ਜੀ ਪਾਸ ਸੁਲਤਾਨਪੁਰ ਹੀ ਰਹੇ ਅਤੇ ਸ਼੍ਰੀ ਸੁਲੱਖਣੀ ਜੀ ਤੇ ਲਖਮੀ ਦਾਸ ਜੀ ਨੂੰ ਮੂਲ ਚੰਦ ਆਪਣੇ ਨਾਲ ਪੱਖੋਂ ਕੇ ਰੰਧਾਵੇ ਲੈ ਗਿਆ। ਫੇਰ ਜਿਵੇਂ ਮਸੀਤ ਵਿੱਚ ਕੌਤਕ ਕੀਤਾ ਸੀ ਉਹ ਵੀ ਮੈਂ ਸਭ ਕੁਝ ਮਹਿਤਾ ਕਾਲੂ ਨੂੰ ਦੱਸਿਆ ਅਤੇ ਕਿਹਾ ਕਿ ਹੁਣ ਬਾਹਰ ਉਜਾੜ ਵਿੱਚ ਬੈਠੇ ਹਨ ਤੇ ਕਦੀ ਕਦਾਈ ਜਦ ਬੇਬੇ ਜੀ ਯਾਦ ਕਰਨ ਧਰ ਵੀ ਚਲੇ ਜਾਂਦੇ ਹਨ। ਮਹਿਤਾ ਕਾਲੂ ਜੀ ਨੇ ਇਹ ਸਾਰੀ ਵਾਰਤਾ ਸੁਣ ਕੇ ਬੜੇ ਕ੍ਰੋਧ ਨਾਲ ਮੈਨੂੰ ਕਿਹਾ ਕਿ ਤੂੰ ਗੁਰੂ ਨਾਨਕ ਦੀ ਕਮਾਈ ਸੰਭਾਲ ਕੇ ਨਹੀਂ ਰੱਖੀ। ਇਹ ਜੋ ਕੁਝ ਹੋਇਆ ਹੈ ਸਭ ਤੇਰੀ ਗਲਤੀ ਦੇ ਕਾਰਨ ਹੋਇਆ ਹੈ। ਨਾਨਕ ਨੂੰ ਤੂੰ ਫਕੀਰ ਬਣਾ ਕੇ ਆਪ ਆਰਾਮ ਨਾਲ ਘਰ ਬੈਠਾ ਹੈ ਅਤੇ ਮੈਨੂੰ ਦੱਸਦਾ ਹੈ ਕਿ ਤੁਹਾਡੇ ਘਰ ਨਾਨਕ ਅਵਤਾਰ ਨੇ ਜਨਮ ਲਿਆ ਹੈ। ਤੁਹਾਡੀਆਂ ਕੁਲਾਂ ਤਰ ਗਈਆਂ ਹਨ। ਕਾਲੂ ਜੀ ਦੀਆਂ ਇਤਿਆਦਿਕ ਗੁੱਸੇ ਦੀਆਂ ਗੱਲਾਂ ਸੁਣ ਕੇ ਮੈਂ ਆਖਿਆ, ਮਹਿਤਾ ਜੀ ਮੈਨੂੰ ਕਿਉਂ ਦੋਸ਼ ਦਿੰਦੇ ਹੋ? ਆਪਣੀ ਧੀ ਜਵਾਈ ਨੂੰ ਪੁੱਛੋ। ਜੇ ਉਹ ਮੈਨੂੰ ਦੋਸ਼ੀ ਕਹਿਣ ਤਾਂ ਫਿਰ ਮੇਰੇ ਤੇ ਕ੍ਰੋਧ ਕਰਨਾ। ਮੇਰਾ ਇਹ ਉੱਤਰ ਸੁਣ ਕੇ ਕਾਲੂ ਜੀ ਚੁੱਪ ਕਰਕੇ ਆਪਣੇ ਘਰ ਨੂੰ ਚਲੇ ਗਏ। ਕੁਝ ਦਿਨਾਂ ਉਪਰੰਤ ਏਮਨਾਬਾਦ ਵੱਲੋਂ ਮਰਦਾਨਾ ਵੀ ਆ ਗਿਆ। ਮਹਿਤਾ ਕਾਲੂ ਜੀ ਨੇ ਉਸ ਨੂੰ ਬੁਲਾ ਕੇ ਪੁੱਛਿਆ ਕਿ ਨਾਨਕ ਜੀ ਕਿੱਥੇ ਤੇ ਕਿਸ ਹਾਲਤ ਵਿੱਚ ਹਨ। ਮਰਦਾਨੇ ਨੇ ਕਿਹਾ, ਨਾਨਕ ਜੀ ਦੀ ਤੁਸੀਂ ਚਿੰਤਾ ਨਾ ਕਰੋ, ਉਹਨਾਂ ਤਾਂ ਤੁਹਾਡੀਆਂ ਕੁੱਲਾਂ ਤਾਰ ਦਿੱਤੀਆਂ ਹਨ। ਤੁਹਾਡੇ ਘਰ ਪਰਮੇਸ਼ਰ ਨੇ ਅਵਤਾਰ ਲਿਆ ਹੈ। ਕਲਯੁੱਗ ਵਿੱਚ ਬਹੁਤ ਲੋਕਾਂ ਨੂੰ ਜੰਮ ਤੋਂ ਛੁਟਕਾਰਾ ਕਰਾਉਣਗੇ। ਉਹਨਾਂ ਦਾ ਕੋਈ ਭੇਦ ਨਹੀਂ ਜਾਣ ਸਕਦਾ, ਕੋਈ ਪੀਰ ਫਕੀਰ ਉਹਨਾਂ ਦੀ ਬਰਾਬਰੀ ਨਹੀਂ ਕਰ ਸਕਦਾ। ਇਸ ਸਮੇਂ ਗੁਰੂ ਜੀ ਏਮਨਾਬਾਦ ਹਨ। ਮੈਂ ਪਰਿਵਾਰ ਨੂੰ ਮਿਲ ਕੇ ਉਹਨਾਂ ਪਾਸ ਚਲਿਆ ਜਾਵਾਂਗਾ। ਇਹ ਸੁਣ ਕੇ ਕਾਲੂ ਜੀ ਬੜੇ ਕ੍ਰੋਧ ਨਾਲ ਬੋਲੇ, ਜਿਸ ਨੇ ਮੇਰਾ ਸਾਰਾ ਘਰ ਉਜਾੜ ਦਿੱਤਾ ਹੈ ਉਸ ਨੂੰ ਇਹ ਡੂਮ ਕਹਿੰਦਾ ਹੈ ਕਿ ਨਾਨਕ ਮੇਰੇ ਘਰ ਪੈਦਾ ਹੋਇਆ ਹੈ। ਮੈਂ ਨਿਸ਼ਚਾ ਕਰ ਲਿਆ ਹੈ ਕਿ ਹੁਣ ਸਾਡੇ ਪਾਸੋਂ ਨਾਨਕ ਗਿਆ ਜਿਸ ਨੇ ਫਕੀਰੀ ਧਾਰਨ ਕਰ ਲਈ ਹੈ। ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਕਾਲੂ ਜੀ ਬੜੇ ਦੁਖੀ ਹੋਏ। ਰਾਏ ਬੁਲਾਰ ਨੇ ਜਦ ਮਰਦਾਨੇ ਦੇ ਆਉਣ ਦਾ ਪਤਾ ਲੱਗਾ ਤਾਂ ਉਸ ਨੇ ਮਰਦਾਨੇ ਨੂੰ ਬੁਲਾ ਕੇ ਪੁੱਛਿਆ, ਗੁਰੂ ਜੀ ਦਾ ਕੀ ਹਾਲ ਹੈ? ਕਿਸ ਰੰਗ ਵਿੱਚ ਹਨ? ਤੂੰ ਉਹਨਾਂ ਦਾ ਸਾਥ ਛੱਡ ਕੇ ਕਿਉਂ ਆ ਗਿਆ ਹੈ? ਅੱਗੋਂ ਮਰਦਾਨੇ ਨੇ ਕਿਹਾ, ਚੌਪਈ ਕਹਿ ਮਰਦਾਨਾ ਸੁਣੀਏ ਰਾਏ, ਨਾਨਕ ਤਾਰੋ ਰੂਪ ਖੁਦਾਏ,
कह की उपमा देवो ताहि, तिनकी सम को दीसत नाही। दुख न पूख न व्याप्य को, कलावान चाहे कर सोऊ। साध साध सुन पाख ताराऊ, जस असूही जस कीनो गाऊ। अर्थात राय, ਗੁਰੂ ਨਾਨਕ ਜੀ ਦਾ ਰੂਪ ਖੁਦਾ ਨੇ ਆਪ ਹੀ ਧਾਰਨ ਕੀਤਾ ਹੈ। ਉਹਨਾਂ ਦੀ ਉਪਮਾ ਨਹੀਂ ਹੋ ਸਕਦੀ। ਉਹਨਾਂ ਵਰਗਾ ਹੋਰ ਕੋਈ ਨਹੀਂ ਦਿਸਦਾ। ਉਹਨਾਂ ਨੂੰ ਕੋਈ ਦੁੱਖ ਜਾਂ ਭੁੱਖ ਨਹੀਂ ਲੱਗਦੀ। ਉਹ ਕਲਾਵਾਨ ਹਨ, ਜੋ ਚਾਹੁਣ ਕਰ ਸਕਦੇ। ਮਰਦਾਨੇ ਪਾਸੋਂ ਉਪਮਾ ਸੁਣ ਕੇ ਰਾਏ ਬੁਲਾਰ ਨੇ ਸ਼ਾਬਾਸ਼ ਸ਼ਾਬਾਸ਼ ਕਿਹਾ ਕਿ ਮਰਦਾਨਾ, ਜੈਸਾ ਗੁਰੂ ਨਾਨਕ ਹੈ ਤੂੰ ਵੈਸਾ ਹੀ ਉਹਨਾਂ ਦਾ ਜਸ ਕਥਨ ਕੀਤਾ ਹੈ। ਉਪਰੰਤ ਰਾਏ ਨੇ ਕਿਹਾ, ਮਰਦਾਨਾ, ਮੇਰੀ ਬਿਰਧ ਅਵਸਥਾ ਹੋ ਗਈ ਹੈ। ਮੈਂ ਉਹਨਾਂ ਦੇ ਦਰਸ਼ਨ ਹੁਣ ਕਿਸ ਤਰ੍ਹਾਂ ਕਰਾਂ। ਮੈਨੂੰ ਗੁਰੂ ਜੀ ਦੇ ਦਰਸ਼ਨਾਂ ਦੀ ਬਹੁਤ ਇੱਛਾ ਹੈ, ਜਿਵੇਂ ਚੋਰ ਨੂੰ ਚੰਦ ਵੇਖਣ ਦੀ ਹੁੰਦੀ ਹੈ। ਮੈਂ ਤੇਰਾ ਸਦਾ ਰੀਣੀ ਰਹਾਂਗਾ ਜੇ ਤੂੰ ਮੈਨੂੰ ਇੱਕ ਵਾਰ ਦਰਸ਼ਨ ਕਰਾ ਦੇਵੇਂ। ਮੈਂ ਤੇਰਾ ਇਹ ਉਪਕਾਰ ਕਦੇ ਮਨ ਤੋਂ ਨਹੀਂ ਭੁਲਾਵਾਂਗਾ। ਮਰਦਾਨੇ ਨੇ ਕਿਹਾ, ਰਾਏ ਜੀ, ਤੁਸੀਂ ਮੇਰੇ ਨਾਲ ਬਾਲੇ ਨੂੰ ਭੇਜ ਦਿਓ। ਅਸੀਂ ਦੋਵੇਂ ਗੁਰੂ ਜੀ ਅੱਗੇ ਬੇਨਤੀ ਕਰਕੇ ਤੁਹਾਡੇ ਪਾਸ ਲੈ ਆਵਾਂਗੇ। ਤੁਸਾਂ ਦਰਸ਼ਨ ਕਰ ਲੈਣੇ। ਰਾਏ ਨੇ ਖੁਸ਼ ਹੋ ਮਰਦਾਨੇ ਦੀ ਗੱਲ ਮੰਨ ਲਈ ਅਤੇ ਮੈਨੂੰ ਸੱਦ ਕੇ ਆਖਿਆ ਕਿ ਮਰਦਾਨੇ ਨਾਲ ਜਾ ਕੇ ਇਮਨਾਬਾਦ ਤੋਂ ਗੁਰੂ ਨਾਨਕ ਜੀ ਨੂੰ ਮੇਰੇ ਵੱਲੋਂ ਬੇਨਤੀ ਕਰਕੇ ਲੈ ਆਓ ਅਤੇ ਮੈਨੂੰ ਉਹਨਾਂ ਦੇ ਦਰਸ਼ਨ ਕਰਾ ਕੇ ਕਿਰਤਾਰਥ ਕਰੋ। ਰਾਏ ਜੀ ਦੀ ਗੱਲ ਮੰਨ ਕੇ ਮੈਂ ਬਾਲਾ ਤੇ ਮਰਦਾਨਾ ਦੋਵੇਂ ਇਮਨਾਬਾਦ ਗੁਰੂ ਜੀ ਪਾਸ ਜੰਗਲ ਵਿੱਚ ਚਲੇ ਗਏ। ਅਸਾਂ ਆਪ ਜੀ ਦੇ ਚਰਨਾਂ ਮੱਥਾ ਟੇਕ ਕੇ ਬੇਨਤੀ ਕੀਤੀ ਕਿ ਰਾਏ ਬੁਲਾਰ ਆਪ ਜੀ ਦੇ ਦਰਸ਼ਨ ਕਰਨ ਵਾਸਤੇ ਤਰਸ ਰਿਹਾ ਹੈ। ਕਿਰਪਾ ਕਰਕੇ ਤਲਵੰਡੀ ਚੱਲ ਕੇ ਉਸ ਨੂੰ ਇੱਕ ਵਾਰ ਜ਼ਰੂਰ ਦਰਸ਼ਨ ਦਿਓ। ਉਸ ਨੇ ਬੇਨਤੀ ਕਰਕੇ ਸਾਨੂੰ ਭੇਜਿਆ ਹੈ। ਗੁਰੂ ਜੀ ਨੇ ਕਿਹਾ, ਸਾਨੂੰ ਵੇਖ ਕੇ ਪਿਤਾ ਕਾਲੂ ਜੀ ਸਾਡੇ ਨਾਲ ਲੜਾਈ ਕਰਨਗੇ। ਰਾਏ ਦੀ ਪ੍ਰੀਤ ਨੂੰ ਪੂਰਾ ਕਿਸ ਤਰ੍ਹਾਂ ਕੀਤਾ ਜਾਵੇ। ਉਹ ਵਚਨ ਵੀ ਸਾਡੇ ਪਾਸੋਂ ਮੋੜੇ ਨਹੀਂ ਜਾਂਦੇ। ਮੈਂ ਬਾਲੇ ਕਿਹਾ, ਗੁਰੂ ਜੀ, ਰਾਏ ਜੀ ਦਾ ਸਰੀਰ ਬਹੁਤ ਬ੍ਰਿਧ ਹੋ ਗਿਆ ਹੈ, ਨਹੀਂ ਤਾਂ ਉਹ ਸਿਰ ਦੇ ਭਾਰ ਹੋ ਕੇ ਵੀ ਤੁਹਾਡੇ ਦਰਸ਼ਨ ਕਰਨ ਵਾਸਤੇ ਇੱਥੇ ਆ ਜਾਂਦਾ। ਪਰ ਹੁਣ ਉਹ ਬੇਵੱਸ ਹੈ। ਆਪ ਕਿਰਪਾ ਕਰਕੇ ਉਸ ਦੀ ਇਹ ਇੱਛਾ ਜ਼ਰੂਰ ਪੂਰੀ ਕਰੋ। ਗੁਰੂ ਜੀ ਨੇ ਕਿਹਾ, ਚੱਲ ਬਾਲਾ, ਬੁਲਾਰ ਨੇ ਜੋ ਕਿਹਾ ਹੈ ਉਸ ਦਾ ਭਾਰ ਸਿਰ ਤੋਂ ਉਤਾਰ ਆਈਏ। ਲਾਲੋ ਨੂੰ ਕਹਿਣ ਲੱਗੇ, ਤੇਰੇ ਵਰਗਾ ਇੱਕ ਸਾਡਾ ਪਿਆਰਾ ਮਿੱਤਰ ਤਲਵੰਡੀ ਰਹਿੰਦਾ ਹੈ, ਜਿਸ ਦਾ ਇਹ ਸੁਨੇਹਾ ਲੈ ਕੇ ਆਏ ਹਨ, ਸੋ ਸਾਡਾ ਉੱਥੇ ਜਾਣਾ ਜ਼ਰੂਰੀ ਬਣ ਗਿਆ ਹੈ। ਤੂੰ ਸਾਨੂੰ ਵਿਦਾ ਕਰ ਦੇ। ਅਸੀਂ ਉੱਥੇ ਛੇਤੀ ਪਹੁੰਚ ਕੇ ਉਸ ਦੀ ਇੱਛਾ ਪੂਰੀ ਕਰੀ। ਲਾਲੋ ਨੇ ਕਿਹਾ, ਗੁਰੂ ਜੀ, ਤੁਸਾਂ 1 ਮਹੀਨਾ ਮੇਰੇ ਪਾਸ ਰਹਿਣ ਦਾ ਬਚਨ ਕੀਤਾ ਸੀ, ਸੋ ਅਜੇ ਪੂਰਾ ਨਹੀਂ ਹੋਇਆ। ਤੁਸੀਂ ਪਹਿਲਾਂ ਹੀ ਕਿਉਂ ਚੱਲੇ ਹੋ। ਗੁਰੂ ਜੀ ਨੇ ਕਿਹਾ, 25 ਦਿਨ ਹੋ ਗਏ ਹਨ, ਬਾਕੀ ਫੇਰ ਆਣ ਕੇ ਰਹਾਂਗੇ। ਇਹ ਬਚਨ ਕਰਕੇ ਗੁਰੂ ਜੀ ਤੁਰ ਪਏ ਅਤੇ ਤਲਵੰਡੀ ਤੋਂ ਬਾਹਰ ਚੰਦਰਪਾਨ ਦੇ ਖੂਹ ਉੱਤੇ ਜਾ ਬੈਠੇ। ਮੈਂ ਮਰਦਾਨਾ ਵੀ ਗੁਰੂ ਜੀ ਦੇ ਪਾਸ ਬੈਠ ਗਏ।